पातशाहियां हे सतगुर नदर करे मेरा मन तन शीतल हो आनंद गुण निधान गुरु गरीब नवाज बोलना जी सतनाम श्री वाहे गुरु खुशियां बख्शे महानिया एहो जियां खुशियां बख्शे महानिया तुठे सब कारज सवारदा हर एक सुख मिल जांदा संसार दा मालिक दा तुठे सब कारज सवारदा हर एक सुख मिल जांदा संसार दा दुनियादारी दे विच वध जांदी शानिया एहो जियां खुशियां बख्शे महानिया एहो जियां खुशियां बख्शे महानिया
ਕਰਮ ਜਿਹੜੇ ਸੁੱਤੇ ਹੋਣ ਚਿਰੀ ਦੇ। ਪ੍ਰੇਮ ਦੀ ਸੁਗੰਧੀ ਨਾਲ ਮਹਿਕਦੇ ਚੁਗੇਰੇ ਦੇ। ਹੋ ਜਾਗਦੇ ਕਰਮ ਜਿਹੜੇ ਸੁੱਤੇ ਹੋਣ ਚਿਰੀ ਦੇ। ਹੋ ਪ੍ਰੇਮ ਦੀ ਸੁਗੰਧੀ ਨਾਲ ਮਹਿਕਦੇ ਚੁਗੇਰੇ ਦੇ। ਹੋ ਅੱਜ ਬਿਜ ਚਿਹਰਿਆਂ ਅੱਜ ਬਿਜ ਚਿਹਰਿਆਂ ਤੇ ਆਉਂਦੀ ਮੁਸਕਾਨਿਆ ਇਹੋ ਜੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ। ਇਹੋ ਜੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ। ਜਿਸ ਉੱਤੇ ਵੀ ਉਹ ਕਰੇ ਕਿਰਪਾ ਦਤਾਰਿਆ। ਕੀਮਤੀ ਸੁਗਾਤਾਂ ਨਾਲ ਭਰਦਾ ਭੰਡਾਰਿਆ। ਜਿਸ ਉੱਤੇ ਵੀ ਉਹ ਕਰੇ ਕਿਰਪਾ ਦਤਾਰਿਆ। ਹੋ ਕੀਮਤੀ ਸੁਗਾਤਾਂ ਨਾਲ ਭਰਦਾ ਭੰਡਾਰਿਆ। ਹੁਣ ਨਾ ਉਹ ਦੇਵੇ ਹੁਣ ਨਾ ਉਹ ਦੇਵੇ ਕਿਸੇ ਗੱਲੋਂ ਪਰੇਸ਼ਾਨਿਆ। ਇਹੋ ਜੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ। ਇਹੋ ਜੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ। ਜਦੋਂ ਪਰਮਾਤਮਾ ਉਹ ਹੋਮਦਾ ਦਿਆਲਿਆ। ਕਸ਼ਟ ਕਲੇਸ਼ ਕੱਟ ਕਰੇ ਖੁਸ਼ਹਾਲਿਆ। ਜਦੋਂ ਪਰਮਾਤਮਾ ਉਹ ਹੋਮਦਾ ਦਿਆਲਿਆ। ਹੋ ਕਸ਼ਟ ਕਲੇਸ਼ ਕੱਟ ਕਰੇ ਖੁਸ਼ਹਾਲਿਆ। ਲੱਗਦਾ ਏ ਚੰਗਾ ਲੱਗਦਾ ਏ ਚੰਗਾ ਫੇਰ ਰੰਗਲਾ ਜਹਾਨਿਆ। ਇਹੋ ਜੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ। ਇਹੋ ਜੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ।
ਮਨਜੂਰ ਰੱਬ ਜਦੋਂ ਅਰਦਾਸਾਂ ਆ ਪੂਰੀਆਂ ਹੋ ਜਾਣ ਸਭੇ ਸਦਰਾਂ ਤੇ ਆਸਾਂ ਆ ਹੋ ਕਰੇ ਮਨਜੂਰ ਰੱਬ ਜਦੋਂ ਅਰਦਾਸਾਂ ਹੋ ਆ ਪੂਰੀਆਂ ਹੋ ਜਾਣ ਸਭੇ ਸਦਰਾਂ ਤੇ ਆਸਾਂ ਆ ਆਉਂਦੀ ਨੱਕ ਤੋਟ ਆਉਂਦੀ ਨੱਕ ਤੋਟ ਸਗੋਂ ਹੋਵੇ ਪੁੰਨ ਦਾਨਿਆ ਇਹੋ ਜਿਹੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ ਇਹੋ ਜਿਹੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ ਘਰ 'ਚ ਆਨੰਦਮਈ ਖੇੜਾ ਆ ਰੌਣਕਾਂ ਨਾ ਲੱਗੇ ਖੂਬ ਸੂਰਤ ਜੋ ਵੇੜਾ ਆ ਬਣਿਆ ਘਰ 'ਚ ਆਨੰਦਮਈ ਖੇੜਾ ਆ ਰੌਣਕਾਂ ਨਾ ਲੱਗੇ ਖੂਬ ਸੂਰਤ ਜੋ ਵੇੜਾ ਆ ਗਾਉਂਦੇ ਕਿਲੀ ਵਾੜੀਏ ਗਾਉਂਦੇ ਕਿਲੀ ਵਾੜੀਏ ਤੇ ਲੱਗਦੇ ਦੀਵਾਨਿਆ ਇਹੋ ਜਿਹੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ ਇਹੋ ਜਿਹੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ ਇਹੋ ਜਿਹੀਆਂ ਖੁਸ਼ੀਆਂ ਓ ਬਖਸ਼ੇ ਮਹਾਨਿਆ ਵਾਹਿਗੁਰੂ ਵਾਹਿਗੁਰੂ ਇਹੋ ਜਿਹੀਆਂ ਖੁਸ਼ੀਆਂ ਉਹ ਬਖਸ਼ੇ ਮਹਾਨ ਹੈ। ਗੁਰਬਾਣੀ ਦਾ ਪ੍ਰਮਾਣ ਹੈ ਲੱਖ ਖੁਸ਼ੀਆਂ ਪਾਸਾਂ ਹੋਈਆਂ ਜੇ ਸਤਿਗੁਰ ਨਜ਼ਰ ਕਰੇ ਜਦੋਂ ਉਹਦੀ ਨਜ਼ਰ ਸਵਾਲੀ ਇੱਕ ਨਹੀਂ ਅਨੇਕਾਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪਾ ਦਿੰਦਾ ਜਦੋਂ ਉਹਦੇ ਚਰਨਾਂ ਨਾਲ ਜੁੜ ਜਾਂਦੇ ਆ ਉਹਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਕਰਦੇ ਆ ਤੇ ਉਹ ਸਾਡੀ ਝੋਲੀ ਵਿੱਚ ਜੋ ਅਸੀਂ ਮੰਗਦੇ ਆ ਜੋ ਡਿਮਾਂਡਸ ਜੋ ਅਰਦਾਸਾਂ ਉਹ ਸਾਡੀਆਂ ਜਿਹੜੀਆਂ ਉਹ ਪੂਰੀਆਂ ਕਰਦਾ ਜੋ ਮੰਗਾ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ ਫਿਰ ਉਹ ਮਾਲਕ ਪੂਰੀਆਂ ਕਰਦਾ। ਤੇ ਸਤਿਗੁਰੂ ਦੀ ਗੁਰਬਾਣੀ ਇਹ ਵੀ ਕਹਿੰਦੀ ਹੈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਸੇਵਾ ਤੇ ਸਿਮਰਨ ਨਾਲ ਜੁੜ ਜਾ ਸਤਿਗੁਰਾਂ ਦੇ ਚਰਨਾਂ 'ਚ ਆ ਜਾ ਉਹ ਮਾਲਕ ਤੇਰੀਆਂ ਝੋਲੀਆਂ ਭਰੂਗਾ। ਗੱਲ ਤੇ ਇਹ ਆ ਵੀ ਇੱਕ ਜੁੜਨ ਦੀ ਗੱਲ ਆ ਇੱਕ ਮਨ ਇੱਕ ਚਿੱਤ ਇੱਕ ਦੇ ਹੋ ਕੇ ਜੁੜ ਜੀਏ ਤੇ ਅਰਦਾਸ ਬੇਨਤੀ ਕਰੀਏ ਤੇ ਉਹ ਮਾਲਕ ਸੁਣਦਾ ਸਾਡੀਆਂ ਅਰਦਾਸਾਂ। ਉਹ ਮਾਲਕ ਦੇ ਦਰ ਉੱਤੇ ਕੋਈ ਘਾਟਾ ਨਹੀਂ ਕੋਈ ਸਿਰ ਕੇਵਲ ਤੇ ਕੇਵਲ ਇੱਕ ਜੁੜਨ ਦੀ ਗੱਲ ਆ। ਸੋ ਆਪਾਂ ਵੀ ਸਤਿਗੁਰਾਂ ਦੇ ਚਰਨਾਂ 'ਚ ਬੈਠੇ ਆਪਾਂ ਵੀ ਉਸ ਵਾਹਿਗੁਰੂ ਦੇ ਨਾਲ ਜੁੜੀਏ। ਆਓ ਜੋ ਮਾਂ ਗੁਜਰੇ ਲਾਲ ਨੇ ਸਾਨੂੰ ਸਿਮਰਨ ਰੂਪੀ ਫਤਿਹ ਕੀਤੀ ਬੜਾ ਵਧੀਆ ਤਰੀਕਾ ਦਿੱਤਾ ਉਸ ਨਿਰੰਕਾਰ ਦੇ ਜੁੜਨ ਦੇ ਨਾਲ। ਸਤਿਗੁਰਾਂ ਨੇ ਆਪਣੇ ਨਾਲ ਨਹੀਂ ਜੋੜਿਆ ਉਹ ਨਿਰੰਕਾਰ ਦੇ ਨਾਲ ਸਤਿਗੁਰਾਂ ਨੇ ਕਿਹਾ ਪੂਜਾ ਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਆਪਦੇ ਨਾਲ ਨਹੀਂ ਜੋੜਿਆ ਸਿੱਧਾ ਨਿਰੰਕਾਰ ਦੇ ਨਾਲ ਜੋੜਿਆ। ਹੋਰ ਦੇਵੀ ਦੇਵਤੇ ਕੋਈ ਆਉਂਦੇ ਹੋਣਗੇ ਉਹ ਆਪਣਾ ਨਾਂ ਪਰ ਮੇਰੇ ਕਲਗੀਧਰ ਪਾਤਸ਼ਾਹ ਨੇ ਨਿਰੰਕਾਰ ਦੇ ਨਾਲ ਜੋੜਿਆ। ਜਦੋਂ ਵੀ ਆਪਾਂ ਕੋਈ ਮਿਲਦੇ ਆ ਤੇ ਉਸ ਨਿਰੰਕਾਰ ਦਾ ਨਾਮ ਮੋਰੇ ਆਉਂਦਾ ਫਤਿਹ ਬੁਲਾਉਂਦੇ ਆ ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਨਿਰੰਕਾਰ ਦਾ ਵਾਹਿਗੁਰੂ ਦਾ ਸ਼ਬਦ ਤੇ ਸੋ ਆਪਾਂ ਵੀ ਉਹ ਫਤਿਹ ਸਾਂਝੀ ਕਰ ਲਈਏ। ਸਤਿਗੁਰਾਂ ਸੀਸ ਕਹਿੰਦੇ ਹੋਇਆ ਆਓ ਬੁਲਾਓ ਫਤਿਹ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਤਾ ਲੋੜੀਓ ਕੰਮ ਸਵਾਰ ਪਏ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਾਖੀ। ਮੇਰੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਭਗਤ ਸਿੰਘ ਜੀ ਅਤੇ ਸਵਰਗਵਾਸੀ ਮਾਤਾ ਸ਼ਾਮ ਕੌਰ ਜੀ ਜਿਨ੍ਹਾਂ ਦੀ ਬਾਲ ਫੜਵਾਲੀ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ ਸਿੱਧੂ ਸਾਹਿਬ ਸਤਿਕਾਰਯੋਗ ਭੈਣ ਜੀ ਮਨੀਸ਼ਾ ਕੌਰ ਅੱਜ ਉਹਨਾਂ ਦੀ ਲਾਡਲੀ ਤੇ ਬਰਖਦਾਰ ਬੇਟੀ ਸੈਲਨ ਕੌਰ ਉਹਨਾਂ ਦੇ ਵਿਆਹ ਕਾਰਜ ਨੂੰ ਮੁੱਖ ਰੱਖਦੇ ਹਾਂ। ਹਜੇ ਵਿਆਹ ਹੋਣੇ ਪਹਿਲਾ ਸਤਿਗੁਰਾਂ ਦਾ ਯਾਦ ਕੀਤਾ
ਕਿ ਸਤਿਗੁਰ ਪਾਤਸ਼ਾਹ ਇਹ ਕਾਰਜ ਨੇਪਰੇ ਚਾੜਨੇ ਤੁਸੀਂ ਆਪ ਤੇ ਨਾਨਾ ਨਾਨੀ ਨਾਨਕਾ ਪਰਿਵਾਰ ਹੈ ਸਰਕਾਰ ਜੋ ਦਾ ਦੇਵਰਾਜ ਸਰਪਾਲ ਅਤੇ ਨਾਨੀ ਹੈ ਰਾਮ ਲਭਾਈ ਸਰਪਾਲ। ਸੋ ਸਾਰਾ ਹੀ ਇਹ ਪਰਿਵਾਰ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ ਜਿੱਥੇ ਅਰਦਾਸਾਂ ਬੇਨਤੀਆਂ ਗੁਰੂ ਘਰ ਦੇ ਉੱਤੇ ਇੰਨੀ ਸ਼ਰਧਾ, ਗੁਰੂ ਘਰ ਦੇ ਇੰਨੇ ਪ੍ਰੀਤਵਾਨ ਕਿ ਜਿੱਥੇ ਗੁਰੂ ਘਰ ਵਿੱਚ ਆਪ ਆਏ ਉੱਥੇ ਸੱਜਣਾ ਮਿੱਤਰਾਂ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਗੁਰੂ ਕੀ ਸੰਗਤਾਂ ਉੱਥੇ ਸੰਗਤੀ ਰੂਪ ਦੇ ਵਿੱਚ ਪਹਿਲਾਂ ਗੁਰਬਾਣੀ ਆਪ ਪੜ੍ਹੀ। ਫਿਰ ਉਸ ਤੋਂ ਬਾਅਦ ਇਸ ਜੋ ਇਹ ਅੱਜ ਦਾ ਫੰਕਸ਼ਨ ਹੈ ਉਹਦੇ ਸੰਬੰਧ ਵਿੱਚ ਇੱਥੇ ਕੀਰਤਨ ਹੋਇਆ। ਕੀਰਤਨ ਤੋਂ ਬਾਅਦ ਗੁਰੂ ਕੇ ਲੰਗਰ ਸਜਾਏ ਗਏ ਜਿੱਥੇ ਗੁਰੂ ਕੀਆਂ ਸੰਗਤਾਂ ਨੇ ਛਕਣੇ ਜਾ ਕੇ ਤੇ ਨਾਲ ਦੀ ਨਾਲ ਹੀ ਆਓ ਢਾਡੀ ਦਰਬਾਰ ਜਿਹੜਾ ਉਹ ਵੀ ਸ਼ੁਰੂ ਹੋਣ ਲੱਗਾ। ਵਾਹਿਗੁਰੂ ਕਿਰਪਾ ਕਰੇ ਉਸ ਬੱਚੀ ਦੇ ਸੱਤੇ ਮਿਹਰ ਪ੍ਰਾਪਤ ਰੱਖਣ। ਆਉਣ ਵਾਲੇ ਕਾਰਜ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਇਆ। ਸਤਿਗੁਰ ਪਾਤਸ਼ਾਹ ਆਪ ਵਿੱਚ ਖਲੋ ਕੇ ਕਾਰਜ ਰਾਸ ਕਰਨ। ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਆਵੇ। ਸਤਿਗੁਰ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਜੀ। ਆਓ ਤੱਕੋ ਜਿਹੜਾ ਆਪਾਂ ਹੁਣ ਸਵੇਰ ਦੇ ਦੀਵਾਨ ਵਿੱਚ ਜੋ ਵਿਚਾਰ ਸਾਂਝੇ ਕਰ ਰਹੇ ਸੀ ਉਹਨਾਂ ਵਿਚਾਰਾਂ ਨੂੰ ਆਪਾਂ ਅੱਗੇ ਵਧਾਈਏ। ਬੱਚੀ ਦੇ ਸੰਬੰਧ ਵਿੱਚ ਮੈਂ ਇੱਕ ਹੋਰ ਚੇਤਾ ਆ ਗਿਆ ਮੈਨੂੰ ਗੱਲ ਦਾ ਕਿ ਧੰਨਤਾ ਦੇ ਯੋਗ ਪਰਿਵਾਰ ਜਿਸ ਬੱਚੀ ਵਿੱਚ ਸੈਲਨ ਕੌਰ ਨੇ ਜਨਮ ਲਿਆ ਕਿਉਂ ਧੰਨਤਾ ਦੇ ਯੋਗ ਹੈ ਕਿ ਜਦੋਂ ਮੈਂ ਇਤਿਹਾਸ ਪੜ੍ਹਦਾ ਕਿਤੇ ਤੁਸੀਂ ਵੀ ਇਤਿਹਾਸ ਪੜ੍ਹ ਕੇ ਦੇਖਿਓ ਕਿਤੇ ਵੀ ਤੁਹਾਨੂੰ ਪਤਾ ਲੱਗ ਗਿਆ ਪੁਰਾਤਨ ਸਮਾਂ ਤੇ ਹੁਣ ਦੇ ਸਮੇਂ ਦੇ ਵਿੱਚ ਥੋੜ੍ਹਾ ਬਹੁਤਾ ਅੰਤਰ ਨਹੀਂ ਗਾ। ਉਸ ਸਮੇਂ ਵੀ ਕਈ ਪਰਿਵਾਰ ਜਿਹੜੇ ਸੀ ਉਹ ਬੱਚਿਆਂ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦੇ ਪਰ ਇਹ ਧੰਨਤਾ ਦੇ ਯੋਗ ਪਰਿਵਾਰ ਜਿੱਥੇ ਬੱਚੀ ਨੂੰ ਜਨਮ ਦਿੱਤਾ ਬੱਚੀ ਨੂੰ ਪਾਲਿਆ ਉਸ ਨੂੰ ਵਿੱਦਿਆ ਦੀ ਦਾਤ ਉਸ ਤੋਂ ਉਪਰੰਤ ਅੱਜ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਅੱਜ ਆਉਣ ਵਾਲੇ ਕਾਰਜਾਂ ਦੀ ਅਰਦਾਸ ਕਰ ਰਹੇ। ਦੁਨੀਆ ਦੇ ਉੱਤੇ ਬਹੁਤ ਸਾਰੇ ਲਿਖਾਰੀ ਹੋਏ ਵਿਦਵਾਨ ਹੋਏ ਕਿਸੇ ਦੀ ਕਲਮ ਨੇ ਇੰਨਾ ਨਹੀਂ ਕਿਹਾ ਸਿਫਤ ਨਹੀਂ ਕੀਤੀ ਵਿਦਾਚਾਰ ਅੱਖਰ ਲਿਖ ਦਈਏ ਇਸਤਰੀ ਜਾਤੀ ਦੇ ਸੰਬੰਧ ਵਿੱਚ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਇਹਨਾਂ ਦੇ ਸੰਬੰਧ ਵਿੱਚ ਕੁਛ ਲਿਖ ਦਈਏ ਪਰ ਨਹੀਂ ਕਿਸੇ ਨੇ ਲਿਖਿਆ। ਜੇ ਕਿਸੇ ਨੇ ਲਿਖਿਆ ਤੇ ਉਹਨੇ ਵਿਰੋਧ ਵਿੱਚ ਜ਼ਰੂਰ ਲਿਖਿਆ ਹੋਵੇਗਾ ਪਰ ਇਸਤਰੀ ਜਾਤੀ ਨੂੰ ਉੱਚਾ ਚੁੱਕਣ ਵਿੱਚ ਨਹੀਂ ਲਿਖਿਆ। ਜਨਾਨ ਦਾ ਇੱਕ ਕਰੈਕਟਰ ਹੋਇਆ ਅਰਸਤੂ। ਉਸ ਨੇ ਜਦੋਂ ਕਲਮ ਚੁੱਕੀ ਉਹ ਕੀ ਲਿਖਦਾ ਉਹ ਕਹਿੰਦਾ ਜਿੱਥੇ ਰੱਬ ਉੱਕ ਗਿਆ ਨਾ ਰੱਬ ਬੰਦੇ ਨੂੰ ਬਣਾਉਣ ਵਿੱਚ ਇਨਸਾਨ ਨੂੰ ਬਣਾਉਣ ਵਿੱਚ ਉੱਥੇ ਉਹਨੇ ਇਸਤਰੀ ਬਣਾਤੀ। ਜਰਮਨੀ ਦਾ ਆਈਨਰੇ ਗੋਥੇ ਉਹ ਕਹਿੰਦਾ ਵੀ ਇਸਤਰੀ ਦੇ ਵਿੱਚ ਰੂਹ ਨਹੀਂ ਹੁੰਦਾ ਤੇ ਇੱਥੋਂ ਦਾ ਚੀਸਟਰ ਫੀਲਡਰ ਜਿਹੜਾ ਕਿਤੇ ਉਹਦੀਆਂ ਰਚਨਾਵਾਂ ਪੜ੍ਹ ਕੇ ਲੈ ਲਓ ਉਹ ਕਹਿੰਦਾ ਕੁਦਰਤ ਦੀ ਮਜ਼ੇਦਾਰ ਗਲਤੀ ਆ ਜਿਹੜਾ ਇਹ ਇਸਤਰੀ ਦੁਨੀਆ ਦੇ ਉੱਤੇ ਆਈ ਹੈ। ਇਹੋ ਜਿਹੀਆਂ ਗੱਲਾਂ ਉਹਨਾਂ ਨੇ ਲਿਖੀਆਂ। ਨਪੋਲੀਅਨ ਕਹਿੰਦਾ ਧੋਖਾ, ਸ਼ੇਕਸਪੀਅਰ ਕਹਿੰਦਾ ਕਮਜ਼ੋਰੀ ਦਾ ਨਾਂ ਹੈ ਇਸਤਰੀ। ਸੋ ਇਹਨਾਂ ਵੱਖ-ਵੱਖ ਰਾਈਟਰਾਂ ਨੇ ਆਪਣੀ ਕਲਮ ਦੇ ਰਾਜ ਜੇ ਲਿਖਿਆ ਤੇ ਵਿਰੋਧ ਵਿੱਚ ਲਿਖਿਆ ਕਿਸੇ ਨੇ ਹੁਤ ਨਹੀਂ। ਇੱਕੋ ਇੱਕ ਰਹਿਬਰ ਦੁਨੀਆ ਦੇ ਉੱਤੇ ਆਇਆ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਲਾਹੌਰ ਵਿੱਚ ਪਹਿਲੀ ਯਾਤਰਾ ਦੇ ਦੌਰਾਨ ਹੀ ਇਸਤਰੀ ਜਾਤੀ ਨੂੰ ਇੰਨਾ ਸਤਿਕਾਰ ਦਿੱਤਾ ਸੀ ਜੋ ਇੱਥੇ ਕਾਇਮ ਆ। ਉਹਨਾਂ ਆਖਿਆ ਸੋਕ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ। ਰਾਜਿਆਂ ਮਹਾਰਾਜਿਆਂ ਸੂਰਬੀਰ ਬਹਾਦਰਾਂ ਸੰਤਾਂ ਸਿਪਾਹੀਆਂ ਜਰਨੈਲਾਂ ਨੂੰ ਜਨਮ ਦੇਣ ਵਾਲੇ ਕਿਉਂ ਭੰਡੀ ਕਰਦੇ ਆ। ਜਿਹੜੇ ਤੁਸੀਂ ਭੰਡੀ ਕਰਨ ਵਾਲੇ ਤੁਸੀਂ ਵੀ ਇਸਤਰੀ ਜਾਤੀ ਤੋਂ ਇੱਥੋਂ ਹੀ ਜਨਮ ਲਿਆ ਨਾ ਕਿਉਂ ਭੰਡਦੇ ਫਿਰ। ਸੋ ਉਹ ਫਿਰ ਬਾਬੇ ਨਾਨਕ ਨੇ ਸਤਿਕਾਰ ਦਿੱਤਾ ਸੀਗਾ। ਸੋ ਧੰਨਤਾ ਦੇ ਯੋਗ ਉਹ ਪਰਿਵਾਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਬੱਚੀਆਂ ਉਹ ਜਿੱਥੇ ਵਿੱਦਿਆ ਪ੍ਰਾਪਤ ਕਰਦੀਆਂ ਤੇ ਅੱਜ ਵੇਖੋ ਇਹ ਪਰਿਵਾਰ ਜਿਹੜਾ ਸਤਿਗੁਰਾਂ ਦੇ ਚਰਨਾਂ 'ਚ ਹਜ਼ੂਰੀ 'ਚ ਬੈਠ ਕੇ ਅਰਦਾਸ ਕਰ ਰਿਹਾ ਆਉਣ ਵਾਲੇ ਸਮੇਂ ਬਾਰੇ। ਆਓ ਆਪਾਂ ਸਵੇਰ ਵਾਲੇ ਵਿਚਾਰਾਂ ਵਿੱਚ ਸਵੇਰੇ ਮੈਂ ਦੀਵਾਨ ਸਜੋ ਦੀਵਾਨ ਵਿੱਚ ਆਪਾਂ ਜ਼ਿਕਰ ਕਰ ਰਹੇ ਸੀ ਜੋ ਲੜੀਵਾਰ ਜੋ ਆਪਾਂ ਪ੍ਰਾਰੰਭ ਕੀਤੇ ਸੀ ਵਿਚਾਰ ਕਿ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਦੇ ਸੀ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਵਾਰੰਟ ਜਾਰੀ ਕਰ ਦਿੱਤੀ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ ਸੀ ਮੇਰੇ ਸਤਿਗੁਰੂ ਪਾਤਸ਼ਾਹ ਨੇ ਤੇ ਉਸ ਸਮੇਂ ਆਪਣੇ ਲਾਲ ਨੂੰ ਗੁਰਤਾਗੱਦੀ ਦਾ ਤਿਲਕ ਦੇ ਕੇ ਸਤਿਗੁਰੂ ਪਾਤਸ਼ਾਹ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਸੀ ਕੁਝ ਗੁਰਸਿੱਖਾਂ ਦੇ ਨਾਲ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਜਦੋਂ ਦਿੱਲੀ ਦੇ ਨਜ਼ਦੀਕ ਪਹੁੰਚੇ ਪਤਾ ਲੱਗਾ ਔਰੰਗਜ਼ੇਬ ਇੱਥੇ ਨਹੀਂ। ਸਤਿਗੁਰੂ ਪਾਤਸ਼ਾਹ ਆਗਰੇ ਵੱਲ ਚਲੇ ਗਏ। ਆਗਰੇ ਕਮਾਈ ਸੀ ਜਿਹੜੀ ਉਹਨੇ ਸਤਿਗੁਰਾਂ ਵਾਸਤੇ ਬਸਤਰ ਤਿਆਰ ਕੀਤੇ ਸੀ। ਬੜੇ ਸਮੇਂ ਦੀ ਉਹ ਯਤਨ ਕਰ ਰਹੀ ਸੀ ਕਿ ਸਤਿਗੁਰਾਂ ਦੇ ਚਰਨਾਂ 'ਚ ਜਾਣਾ ਪਰ ਉਹ ਸਮਾਂ ਨਾ ਲੱਗਾ ਜਾਂ ਸਰੀਰ ਨੇ ਇਜਾਜ਼ਤ ਨਹੀਂ ਦਿੱਤੀ ਜਾਣ ਦੀ ਬਿਰਧ ਅਵਸਥਾ ਸੀ। ਕੁਦਰਤੀ ਸਤਿਗੁਰੂ ਪਾਤਸ਼ਾਹ ਉੱਥੇ ਗਏ ਤਾਂ ਉਹਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੀ ਗੱਦੀ ਦਾ 9ਵਾਂ ਵਾਰਸ
ਜਿਨ੍ਹਾਂ ਨੂੰ ਵੇਖਣ ਵਾਸਤੇ ਮੇਰੀ ਅੱਖਾਂ ਤਰਸਦੀਆਂ ਸੀ, ਅੱਜ ਇਸ ਸ਼ਹਿਰ ਵਿੱਚ ਆ ਗਏ ਆ। ਡਿੱਗਦੀ ਟੈਂਦੀ ਸਤਿਗੁਰਾਂ ਦੇ ਚਰਨਾਂ ਵਿੱਚ ਉਸ ਨੇ 72 ਭੇਟਾ ਕੀਤੇ। ਉਸ ਤੋਂ ਬਾਅਦ 4 ਸਵੇਰੇ ਖਬਰਾਂ ਪਹੁੰਚ ਗਈਆਂ, ਢੰਡੋਰਾ ਪਿੱਟਾ ਗਿਆ ਕਿ ਸਿੱਖਾਂ ਦਾ ਜਿਹੜਾ ਗੁਰੂ ਹੈ ਗੁਰੂ ਤੇਗ ਬਹਾਦਰ ਸਾਹਿਬ, ਆਪਾਂ ਗੁਰੂ ਸਾਹਿਬ ਕਹਿਣਾ, ਇਹਨਾਂ ਨੇ ਨਹੀਂ ਕਹਿਣਾ, ਉਹਨਾਂ ਨੇ ਵਿਰੋਧੀਆਂ ਨੇ, ਮੁਗਲ ਸਰਕਾਰ ਨੇ, ਉਹਨਾਂ ਨੇ ਤੇਗ ਬਹਾਦਰ ਕਹਿਣਾ। ਉਹ ਕਹਿੰਦਾ ਤੇਗ ਬਹਾਦਰ ਆਨੰਦਪੁਰ ਸਾਹਿਬ ਵਾਲਾ, ਉਹ ਉਹਨਾਂ ਦੇ ਵਾਰੰਟ ਜਾਰੀ ਕੀਤੇ, ਜਿਹੜਾ ਉਹਨੂੰ ਫੜਾਊਗਾ ਉਹਨੂੰ ਇਨਾਮ ਦਿੱਤਾ ਜਾਊਗਾ। ਇੱਕ ਭੇਡਾਂ ਚਾਰਨ ਵਾਲਾ ਆ ਜਿਹੜੀ ਅਲੀ ਮੁਹੰਮਦ, ਉਸ ਨੇ ਸੋਚਿਆ ਕਿ ਜੇ ਕਿਤੇ ਮੈਨੂੰ ਦਿਸ ਪੈਣ ਤੇ ਮੈਨੂੰ ਇਨਾਮ ਮਿਲ ਜਾਏਗਾ, ਗਰੀਬੀਆਂ ਚੱਕੀਆਂ ਜਾਣਗੀਆਂ। ਸਤਿਗੁਰ ਪਾਤਸ਼ਾਹ ਕੁਦਰਤੀ ਉਸ ਪਾਸੇ ਗਏ। ਸਤਿਗੁਰ ਪਾਤਸ਼ਾਹ ਕਹਿਣ ਲੱਗੇ ਵੀ ਮਠਿਆਈ ਲਿਆਉਣੀ ਆ। ਮਠਿਆਈ ਲਿਆਉਣ ਵਾਸਤੇ ਉਹਨਾਂ ਨੇ ਮੁੰਦਰੀ ਦਿੱਤੀ ਸੀ, ਇੱਕ ਸੋਨੇ ਦੀ ਮੋਹਰ ਦਿੱਤੀ ਸੀ ਉਹਦੇ, ਅਤੇ ਉਸ ਦੇ ਨਾਲ ਕਹਿੰਦੇ ਵੀ ਜਿਹੜੀ ਮਠਿਆਈ ਪਾ ਕੇ ਲਿਆਉਣੀ ਆ ਦਸ਼ਾਲਾ ਲੈ ਜਾ। ਜਦੋਂ ਹਲਵਾਈ ਦੀ ਦੁਕਾਨ 'ਤੇ ਗਿਆ, ਉਹਨੇ ਉਹ ਮੋਹਰ ਦੇਖੀ ਅਤੇ ਨਾਲ ਉਹ ਦਸ਼ਾਲਾ ਵੇਖਿਆ, ਅਤੇ ਉਹਨੂੰ ਜਾਪਿਆ ਕਿ ਭੇਡਾਂ ਚਾਰਨ ਵਾਲੇ ਹਾਜ਼ਰੀ ਦੇ ਕੋਲ ਸੋਨੇ ਦੀ ਮੋਹਰ ਕਿੱਥੋਂ ਆ ਗਈ, ਅਤੇ ਇਹਦੇ ਕੋਲ ਕੀਮਤੀ ਦਸ਼ਾਲਾ ਕਿੱਥੋਂ, ਤੇ ਚੋਰ ਲੱਗਦਾ ਕੋਈ। ਉਹਨੇ ਕੋਤਵਾਲ ਜਾ ਕੇ ਖਬਰ ਕਰਤੀ। ਜਦੋਂ ਕੋਤਵਾਲ ਆਇਆ ਜਾ ਕੇ ਉਸ ਨੇ ਪੁੱਛ ਪੜਤਾਲ ਕੀਤੀ, ਪਤਾ ਲੱਗਾ ਕਿ ਜਿਨ੍ਹਾਂ ਦੇ ਵਾਰੰਟ ਜਾਰੀ ਕੀਤੇ ਤੇ ਤੇਗ ਬਹਾਦਰ ਆ। ਮੇਰੇ ਸਤਿਗੁਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਥੋਂ ਖਬਰ ਜਿਹੜੀ ਆ ਦਿੱਲੀ ਦਰਬਾਰ ਪਹੁੰਚਾਈ ਗਈ। ਦਿੱਲੀ ਤੋਂ ਸਦਰ ਦੀਨ ਚੜ੍ਹਿਆ ਸੀ 1200 ਘੋੜਸਵਾਰ ਲੈ ਕੇ, ਸਤਿਗੁਰਾਂ ਨੂੰ ਉਸ ਸਮੇਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਇੱਥੇ ਇੱਕ ਹਵੇਲੀ ਹੈ, ਉਸ ਹਵੇਲੀ ਵਿੱਚ ਸਤਿਗੁਰਾਂ ਨੂੰ ਅਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ, ਜਿੰਨੇ ਗੁਰਸਿੱਖ ਨਾਲ ਗਏ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਥੇ ਨਜ਼ਰਬੰਦ ਕਰ ਦਿੱਤਾ, ਕੈਦ ਕਰ ਦਿੱਤਾ ਗਿਆ। ਆਹ ਤੱਕੋ ਉਸ ਹਵੇਲੀ ਦੇ ਵਿੱਚ ਜਿੱਥੇ ਸਤਿਗੁਰਾਂ ਦੇ ਨਾਲ ਗੁਰਸਿੱਖ ਗਏ ਸੀ, ਕੈਦ ਕੀਤਾ। ਸਤਿਗੁਰਾਂ ਵਾਸਤੇ ਇੱਕ ਸਪੈਸ਼ਲ ਤੌਰ 'ਤੇ ਪਿੰਜਰਾ ਬਣਾਇਆ ਗਿਆ। ਉਸ ਪਿੰਜਰੇ ਦੇ ਵਿੱਚ ਸਤਿਗੁਰਾਂ ਨੂੰ ਕੈਦ, ਅਤੇ ਪਿੰਜਰੇ ਵਿੱਚ ਅੰਦਰ ਕਿੱਲ ਲੱਗੇ। ਸਤਿਗੁਰ ਪਾਤਸ਼ਾਹ ਦੀਨ ਦੁਨੀਆ ਦਾ ਮਾਲਕ ਸਿੱਧੇ ਖੜੇ ਵੀ ਨਹੀਂ ਹੋ ਸਕਦਾ। ਜੇ ਸਤਿਗੁਰ ਪਾਤਸ਼ਾਹ ਖੜੇ ਹੁੰਦੇ ਆ ਤੇ ਕਿੱਲ ਚੁੱਭਦੇ ਆ। ਜਦੋਂ ਕਿੱਲ ਚੁੱਭੇ ਸਤਿਗੁਰਾਂ ਦੇ, 4 ਸਪੇਰੋਂ ਕਿੱਲ ਵੱਜਦੇ, ਕਦੇ ਇੱਧਰ ਪਾਸਿਓਂ ਕਦੇ ਇੱਧਰਲੇ ਪਾਸਿਓਂ ਕਿੱਲ ਵੱਜਦੇ, ਖੂਨ ਦੇ ਫੁਹਾਰੇ। ਪਰ ਇਹ ਵੇਖ ਕੇ ਭਾਈ ਮਤੀ ਦਾਸ ਕੋ ਸਹਾਰਿਆ ਨਾ ਗਿਆ। ਸਿੱਖ ਜਿਹੜਾ ਉਹ ਆਪਦੇ ਉੱਤੇ ਤਸ਼ੱਦਦ ਸਹਿ ਸਕਦਾ, ਉਹਦਾ ਬੰਦ ਕੱਟਿਆ ਜਾਵੇ, ਉਹਦਾ ਕੋਪਰ ਲੈ ਜਾਵੇ, ਉਹ ਝੱਲ ਸਕਦਾ। ਪਰ ਜਦੋਂ ਗੁਰੂ ਦੀ ਆਨ ਤੇ ਸ਼ਾਨ ਦੀ ਗੱਲ ਆ ਜਾਂਦੀ ਆ, ਜਦੋਂ ਗੁਰੂ ਦੀ ਬੇਅਦਬੀ ਦੀ ਗੱਲ ਆ ਜਾਂਦੀ ਆ, ਜਦੋਂ ਗੁਰੂ ਦੇ ਵਿਰੁੱਧ ਕੋਈ ਚੱਲਦਾ, ਉਦੋਂ ਸਿੱਖ ਸਹਿਣ ਨਹੀਂ ਕਰ ਸਕਦਾ, ਕਦੇ ਵੀ ਉਹ ਬਰਦਾਸ਼ਤ ਨਹੀਂ ਕਰ ਸਕਦਾ। ਜਦੋਂ ਵੇਖੇ ਖੂਨ ਦੇ ਫੁਹਾਰੇ ਨਿਕਲਦੇ, ਮਤੀ ਰਾਤ ਦੇ ਉਸ ਰੋਹ ਦੀ ਜਵਾਲਾ ਭੜਕ ਉੱਠੀ। ਉਸ ਸਮੇਂ ਕਹਿੰਦਾ ਇੰਨਾ ਜ਼ੁਲਮ ਕਰ ਰਹੀ ਹੈ ਸਰਕਾਰ, ਇਹੋ ਜਿਹੀ ਸਰਕਾਰ ਰਹਿਣੀ ਨਹੀਂ ਚਾਹੀਦੀ, ਇਹਦਾ ਤਖਤਾ ਪਲਟਾ ਦੇਣਾ ਚਾਹੀਦਾ। ਇੰਨਾ ਗੁੱਸਾ ਉਸ ਸਮੇਂ ਚਿਹਰੇ ਤੇ ਜਲਾਨ ਜਿਸ ਤਰ੍ਹਾਂ ਚਲਾ ਲਈ ਆ ਗਈ। ਸਤਿਗੁਰਾਂ ਦੇ ਚਰਨਾਂ 'ਚ ਗਿਆ, ਕਹਿੰਦੇ ਸਤਿਗੁਰ ਪਾਤਸ਼ਾਹ ਗਰੀਬ ਨਵਾਜ਼, ਕਿਤੇ ਮੈਨੂੰ ਆਗਿਆ ਦੇ ਦਿਓ, ਇਹ ਜ਼ਾਲਮ ਸਰਕਾਰ ਰਹਿਣੀ ਨਹੀਂ ਚਾਹੀਦੀ, ਇਸ ਦਾ ਤਖਤਾ ਜਿਹੜਾ ਪਲਟਾ ਦੇਣਾ ਚਾਹੀਦਾ। ਜੇ ਮੈਨੂੰ ਆਗਿਆ ਦੇ ਦਿਓ ਤੇ ਲਾਹੌਰ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ ਮੈਂ। ਸਤਿਗੁਰ ਕਹਿੰਦੇ ਮਤੀ ਦਾਸਾ, ਕਹਿੰਦੇ ਜਿਸ ਸਮੁੰਦਰ ਦੇ ਵਿੱਚੋਂ 2 ਘੁੱਟਾਂ ਤੂੰ ਪੀ ਕੇ ਇੰਨਾ ਤੂੰ ਆ ਕੇ ਜੋਸ਼ ਵਿੱਚ ਆ ਗਿਆ, ਉਹ ਸਮੁੰਦਰ ਵੱਲ ਵੇਖਿਆ, ਸਮੁੰਦਰ ਤੇ ਸ਼ਾਂਤ ਪਿਆ। ਕਹਿਣ ਦਾ ਮਤਲਬ ਸੀ ਵੀ ਤੂੰ ਇੰਨਾ ਜੋਸ਼ ਵਿੱਚ ਆ ਗਿਆ, ਅਸੀਂ ਤਾਂ ਸ਼ਾਂਤ ਚਿੱਤ ਬੈਠੇ ਹਾਂ। ਜਿਨ੍ਹਾਂ ਨੇ ਆ ਕੇ ਔਰੰਗਜ਼ੇਬ ਦੇ ਸਿਰ ਤੇ ਠੀਕਰਾ ਭੰਨਣਾ ਆਪਣਾ, ਸਾਡੇ ਵੱਲ ਦੇਖ ਤੂੰ ਸ਼ਾਂਤ ਰਹਿ, ਕੋਈ ਘਬਰਾਉਣ ਦੀ ਲੋੜ ਨਹੀਂ, ਜੋਸ਼ ਵਿੱਚ ਨਾ ਕੋਈ ਨਹੀਂ। ਆਪਾਂ ਆਏ ਹਾਂ ਇੱਥੇ ਜਿਸ ਮਕਸਦ ਨੂੰ, ਉਸੇ ਮਕਸਦ 'ਚ ਆਪਾਂ ਸ਼ਾਂਤਮਈ ਰਹਿਣਾ। ਆਪਾਂ ਇੱਥੇ ਆ ਜਦੋਂ ਇੰਨੀ ਗੱਲ ਹੁੰਦੀ ਸੀ ਕਿ ਭਾਈ ਮਤੀ ਦਾਸ ਕਹਿਣ ਲੱਗਾ ਸੀ ਵੀ ਸਤਿਗੁਰ ਪਾਤਸ਼ਾਹ ਮੈਨੂੰ ਆਗਿਆ ਬਖਸ਼ੋ, ਮੈਂ ਦਿੱਲੀ ਤੇ ਲਾਹੌਰ ਦੀ ਇੰਟਰਨੈਟ ਜਾ ਕੇ ਬਾਹਰ ਸੁਣਦਾ ਸੀ। ਪਹਿਰੇਦਾਰ ਉਹਨੇ ਜਾ ਕੇ ਖਬਰ ਕਰ ਦਿੱਤੀ, ਜਾ ਕੇ ਸੈਫੁਦੀਨ ਨੂੰ ਅਤੇ ਕਾਜੀ ਅਬਾਕ ਬੋਹਰਾ ਨੂੰ ਜਾ ਕੇ ਖਬਰ ਕਰ ਦਿੱਤੀ ਵੀ ਜਿਸ ਗੁਰੂ ਨੂੰ ਤੁਸੀਂ ਕਹਿੰਦੇ ਪੀਰੇ ਹਿੰਦ ਬਣਾਉਣਾ, ਉਹਦਾ ਸਿੱਖ ਕਹੀ ਜਾਂਦਾ ਵੀ ਮੈਂ ਦਿੱਲੀ ਦਾ ਮੁਗਲ ਸ਼ਾਹੀ ਦਾ ਤਖਤਾ ਪਲਟਾ ਦੇਣਾ, ਦਿੱਲੀ ਦੇ ਲਾਹੌਰ ਦੀ ਇੰਟਰਨੈਟ ਵਜਾ ਦੇਣੀ ਆ, ਅਤੇ ਤੁਸੀਂ ਕਹਿੰਦੇ ਆ ਮੈਂ ਉਹੀ ਬਣਾ ਲੈਣਾ ਉਹਨੂੰ, ਉਸ ਗੁਰੂ ਨੂੰ ਅਸੀਂ ਤੇ ਪੀਰੇ ਹਿੰਦ ਘੋਸ਼ਿਤ ਕਰ ਦੇਣਾ ਉਹਨੂੰ। ਆ ਦੇਖੋ ਦਿਨ ਚੜਿਆ ਤੇ ਭਾਈ ਮਤੀ ਦਾਸ ਨੂੰ ਉਸ ਸਮੇਂ ਸੱਦ ਲਿਆ। ਕਾਜੀ ਅਬਦੁਲ ਅਬਾਕ ਬੋਹਰਾ ਜਿਹੜਾ ਸੀਗਾ, ਉਹ ਤੇ ਨਾਲ ਔਰੰਗਜ਼ੇਬ ਦਾ ਮਾਮਾ ਹੈ ਸੈਫੁਦੀਨ, ਇਹ ਕਹਿਣ ਲੱਗਾ ਮਤੀ ਦਾਸਾ ਤੂੰ ਕਹਿੰਦਾ ਵੀ ਦਿੱਲੀ ਤੇ ਲਾਹੌਰ ਪੜ੍ਹਾ ਦੇਣਾ, ਮੁਗਲ ਸ਼ਾਹੀ ਦਾ ਤਖਤਾ ਪਲਟਾ ਦੇਣਾ, ਲੈ ਹੁਣ ਤੈਨੂੰ ਖੋਲਾ ਪਲਟਾ ਪਏ। ਭਾਈ ਮਤੀ ਦਾਸ ਕਹਿੰਦਾ ਮੇਰਾ ਗੁਰੂ ਨਹੀਂ ਆਗਿਆ ਦਿੰਦਾ, ਜੇ ਮੇਰਾ ਗੁਰੂ ਆਗਿਆ ਦਿੰਦਾ ਮੈਂ ਤੈਨੂੰ ਦੱਸ ਦਿੰਦਾ ਵੀ ਦਿੱਲੀ ਤੇ ਲਾਹੌਰ ਦੀ ਇੰਟਰਨੈਟ ਕਿੱਦਾਂ ਖੜਕਾਈ ਦੀ ਆ।
ਪਰ ਉਹਨੇ ਮੈਨੂੰ ਸ਼ਾਂਤਮਈ ਰਹਿਣ ਦਾ ਹੁਕਮ ਆ ਮੇਰੇ ਗੁਰੂ ਵੱਲੋਂ ਮੈਨੂੰ, ਮੈਂ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਕਹਿੰਦੇ ਮਤੀ ਦਾਸਾ ਤੇਰੇ ਵਾਸਤੇ ਹੁਣ ਇਹੋ ਰਸਤਾ ਵੀ ਜਾਂ ਤਾਂ ਦੀਨ ਕਬੂਲ ਕਰ ਲਾ, ਹੁਣ ਤੂੰ ਜਿੰਦ ਮਰਨ ਵਾਸਤੇ ਤਿਆਰ ਹੋ ਜਾ। ਭਾਈ ਮਤੀ ਦਾਸ ਕਹਿੰਦਾ ਵੀ ਦੀਨ ਕਬੂਲ ਨਹੀਂ ਮੈਂ ਕਰਨਾ, ਜਿਹੜਾ ਮੇਰਾ ਗੁਰੂ ਆ ਮੈਨੂੰ ਇਹਦਾ ਹੀ ਧਰਮ ਪਿਆਰਾ, ਜਿੱਥੇ ਮੈਂ ਜਿਹੜੇ ਚਰਨਾਂ ਨਾਲ ਮੈਂ ਲੱਗਾ ਮੈਂ ਉੱਥੇ ਹੀ ਮੈਨੂੰ ਆਨੰਦ ਆ ਰਿਹਾ ਉੱਥੇ। ਤੇਰੇ ਤੁਸੀਂ ਗੱਲ ਮਰਨ ਦੀ ਕਰਦੇ ਆ, ਮਰਨ ਵਾਸਤੇ ਮੈਂ ਤਿਆਰ ਹਾਂ। ਕਹਿੰਦੇ ਮਤੀ ਦਾਸਾ ਕਾਹਤੋਂ ਜਾਨ ਗਵਾਉਣ ਲੱਗਾ, ਜੇ ਤੂੰ ਮੰਨ ਜਾਵੇ ਨਾ ਤੈਨੂੰ ਕਿਤੋਂ ਦੀ ਸੂਬੇਦਾਰੀ ਦੇ ਦਿਆਂਗੇ, ਜ਼ਗੀਰਾਂ ਦੇਵਾਂਗੇ, ਮਰੱਬੇ ਦੇ ਦਿਆਂਗੇ। ਲਾਲਚ ਦਿੰਦੇ ਸੀ, ਹਰ ਸਰਕਾਰ ਜਿਹੜੀ ਆ ਇਹ ਲਾਲਚ ਦਿੰਦੀ ਆਈ ਕਿਸ ਤਰ੍ਹਾਂ ਮੰਨ ਜਾਣ, ਪਰ ਅੱਜ ਤੱਕ ਕੋਈ ਸਿੱਖ ਕਿਹੜਾ ਵਾ ਕੁਰਬਾਨੀ ਕਰਨ ਵਾਲਾ ਸਿੱਖ ਕਦੀ ਡੋਲਿਆ ਨਹੀਂ। ਕਹਿੰਦੇ ਮਤੀ ਦਾਸਾ ਜ਼ਗੀਰਾਂ ਮਰੱਬੇ ਦੇ ਦਿਆਂਗੇ, ਤੈਨੂੰ ਗਵਰਨਰ ਹੀ ਦੇ ਦਿੰਦੇ, ਸੂਬੇਦਾਰੀ ਕਿਤੋਂ ਦੀ ਦੇ ਦਿੰਦੇ, ਮੰਨ ਜਾ ਤੂੰ ਕੀ ਲੈਣਾ ਇਸ ਕੰਮ ਦੇ ਵਿੱਚੋਂ। ਕਹਿੰਦਾ ਨਹੀਂ, ਇਹ ਗਰਦਨ ਜਿਹੜੀ ਆ ਇਹ ਟੁੱਟ ਸਕਦੀ ਹੈ, ਝੁਕੇਗੀ ਨਹੀਂ। ਜਦੋਂ ਇੰਨੀ ਗੱਲ ਕਹਿੰਦਾ ਦੇਖ ਲਾ ਬੜੇ ਭਿਆਨਕ ਤਸੀਹਾ ਦਿੱਤਾ ਜਾਊਗਾ, ਦੁਨੀਆ ਵੀ ਯਾਦ ਕਰੇਗੀ ਕਿ ਇਹੋ ਜਿਹੇ ਤਸੀਹੇ ਨੂੰ। ਭਾਈ ਮਤੀ ਦਾਸ ਕਹਿੰਦਾ ਕੋਈ ਗੱਲ ਨਹੀਂ, ਤਸੀਹੇ ਦੇਣੇ ਤੁਹਾਡਾ ਪਰਜਾ, ਝੱਲਣਾ ਮੇਰਾ ਪਰਜਾ, ਮੇਰੇ ਗੁਰੂ ਦਾ ਮੇਰੇ ਦੇ ਹੱਥ ਹੋਵੇ, ਮੈਨੂੰ ਕੋਈ ਪਰਵਾਹ ਨਹੀਂ। ਉਸ ਸਮੇਂ ਜਲਾਦਾਂ ਨੂੰ ਹੁਕਮ ਦਿੱਤਾ, ਕਹਿੰਦੇ ਵੀ ਇਹਨੂੰ ਆਰੇ ਨਾਲ ਚੀਰ ਕੇ 2 ਫਾੜ ਕਰ ਦਿਓ। ਦੇਖੋ ਇਹੋ ਜਿਹਾ ਸਮਾਂ ਵੀ ਸਾਡੇ ਉੱਤੇ ਆਇਆ। ਅੱਜ ਜੇ ਅਸੀਂ ਬੈਠੇ ਹਾਂ, ਚਾਹੇ ਆਪਣੇ ਦੇਸ਼ ਚਾਹੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹਾਂ, ਹੋ ਇੱਕ ਨੁਕਰੇ ਖੜਾ ਜਲਾਦ ਆਖੇ, ਹੋ ਇੱਕ ਨੁਕਰੇ ਖੜਾ ਜਲਾਦ ਆਖੇ, ਮਤੀ ਦਾਸ ਹੁਣ ਹੋਰ ਨਾ ਗੱਲ ਹੋਵੇ, ਮੰਗਿਆ ਆਖਰੀ ਵਾਰ ਜੋ ਇੱਛਾਈ, ਪੂਰੀ ਇਸ ਵਕਤ ਇਸੇ ਪਲ ਹੋਵੇ। ਮਤੀ ਦਾਸ ਨੇ ਮੋੜ ਜਵਾਬ ਦਿੱਤਾ, ਅੰਤਮ ਇੱਛਾ ਮੇਰੀ ਏ ਹੱਲ ਹੋਵੇ। ਹੋ ਮੇਰੇ ਸੀਸ ਤੇ ਜਦੋਂ ਵੀ ਚੱਲੇ ਆਰਾ, ਤੇ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ, ਤੇ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ। ਜਲਾਦਾਂ ਨੂੰ ਉਸ ਸਮੇਂ ਹੁਕਮ ਦਿੱਤਾ ਕਿ ਇਹਨਾਂ ਨੂੰ ਆਰੇ ਨਾਲ ਚੀਰ ਕੇ 2 ਫਾੜ ਕਰ ਦਿਓ, ਫੜ ਕੇ ਪਤਾ ਲੱਗ ਜਾਏ ਕਿ ਸਰਕਾਰ ਦੇ ਨਾਲ ਟੱਕਰ ਕਿਸ ਤਰ੍ਹਾਂ ਲੱਗਦੀ। ਜਲਾਦਾਂ ਨੇ ਉਸ ਸਮੇਂ ਆਰਾ ਲੈਣ ਦਾ ਤੇ ਭਾਈ ਮਤੀ ਦਾਸ ਨੂੰ ਫੱਟੇ ਵਿੱਚ, ਜੇ ਸਿੱਧਾ ਵੀ ਉਹ ਭਾਈ ਸਾਹਿਬ ਦੇ 2 ਫਾੜ ਕਰ ਸਕਦੇ, ਪਰ ਨਹੀਂ, ਉਹਨਾਂ ਕਿਹਾ ਜਿੱਦਾਂ ਉਹ ਲੱਕੜ ਦੇ ਫੱਟਿਆਂ ਵਿੱਚ ਹੌਲੀ ਹੌਲੀ ਆਰਾ ਚੱਲੇਗਾ ਉਵੇਂ ਉਵੇਂ ਜ਼ਿਆਦਾ ਤਸੀਹਾ ਮਿਲੇਗਾ। ਇਹ ਵੇਖੋ ਮੁਗਲ ਸਰਕਾਰ ਦੀ ਸੋਚ। ਉਹਨਾਂ ਨੇ ਫੱਟਿਆਂ ਵਿੱਚ ਚਿਣ ਤੋਂ ਪਹਿਲਾਂ ਪੁੱਛਿਆ ਭਾਈ ਮਤੀ ਦਾਸ ਨੂੰ, ਕਹਿੰਦੇ ਮਤੀ ਦਾਸਾ ਕੁਝ ਪਲਾਂ ਤੱਕ ਤੈਨੂੰ ਆਰੇ ਨਾਲ 2 ਫਾੜ ਕਰਦੇ ਨੇ, ਤੇਰੀ ਕੋਈ ਅੰਤਮ ਇੱਛਾ ਹੋਵੇ। ਕਹਿੰਦਾ ਹਾਂ ਮੇਰੀ ਅੰਤਮ ਇੱਛਾ ਹੈ। ਉਹਨਾਂ ਕਿਹਾ ਸ਼ਾਇਦ ਹੁਣ ਵੀ ਕਹੂਗਾ ਵੀ ਚਲੋ ਮੈਨੂੰ ਸ਼ਰਤ ਮਨਜ਼ੂਰ ਹੈ। ਕਹਿੰਦੇ ਹੈ। ਕਹਿੰਦੇ ਕਿਹੜੀ? ਕਹਿੰਦਾ ਬਸ ਇਹ ਆ ਵੀ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਮੇਰਾ ਮੁੱਖ ਜਿਹੜਾ ਮੇਰੇ ਗੁਰੂ ਵੱਲ ਹੋਣਾ ਚਾਹੀਦਾ, ਮੇਰੀ ਪਿੱਠ ਨਹੀਂ ਹੋਣੀ ਚਾਹੀਦੀ। ਜਦੋਂ ਤੁਸੀਂ ਆਰੇ ਨਾਲ ਚੀਰ ਰਹੇ ਹੋਗੇ ਮੇਰਾ ਮੁੱਖ ਮੇਰੇ ਗੁਰੂ ਵੱਲ ਹੋਣਾ ਚਾਹੀਦਾ। ਭਾਈ ਮਤੀ ਦਾਸ ਨੂੰ ਫੱਟਿਆਂ ਦੇ ਵਿੱਚ ਜਕੜ ਕੇ ਜਲਾਦਾਂ ਨੇ ਸਿਰ ਉੱਤੇ ਆਰਾ ਰੱਖਿਆ। ਬੜਾ ਦਰਦਨਾਕ ਸੀਨ ਆ ਇਹ। ਆਰਾ ਚੱਲਣ ਲੱਗਾ, ਉਧਰੋਂ ਭਾਈ ਮਤੀ ਦਾਸ ਉਸਨੇ ਜਪਜੀ ਸਾਹਿਬ ਦਾ ਪਾਠ ਪਰ ਆਰੰਭ ਕੀਤਾ ਸੀ। ਕਿੰਨੀ ਬੰਦਗੀ ਹੋ ਗਈ ਭਾਈ ਮਤੀ ਦਾਸ ਦੀ। ਪਹਿਲੀ ਗੱਲ ਤਾਂ ਇਹ ਹੈ ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ ਸੀ ਉਹ ਬੜੇ ਮਹਾਨ ਸਿੱਖ, ਉਹਨਾਂ ਦੀ ਕੁਰਬਾਨੀ ਬਹੁਤ ਆ। ਫਿਰ ਉਹਨਾਂ ਦੀ
ਬੰਦਗੀ ਪਹਿਲੇ ਯੁੱਗ ਦੀ ਕਿੰਨੀ ਬੰਦਗੀ ਹੋਊਗੀ ਜਿਹੜਾ ਉਹਨਾਂ ਨੂੰ ਇਹੋ ਜਿਹੀ ਸ਼ਹਾਦਤ ਜਿਹੜੀ ਮਿਲ ਰਹੀ ਹੈ, ਜਿਨ੍ਹਾਂ ਦਾ ਦੁਨੀਆ ਦੇ ਉੱਤੇ ਨਾਂ ਰਹਿ ਗਿਆ। ਭਾਈ ਮਤੀ ਦਾਸ ਜਪਜੀ ਸਾਹਿਬ ਦਾ ਪਾਠ ਰਿਹਾ, ਉੱਤੇ ਆਰਾ ਚੱਲ ਰਿਹਾ। ਇੱਥੇ ਸਾਡੇ ਕੋਈ ਕੰਡਾ ਕੋਈ ਸੂਲ ਚੁੱਭ ਜਾ ਤੇ ਹਾਏ ਬੋੜਿਆ, ਅਸੀਂ ਆਉਣ ਤੋਂ ਹਾਈਆਂ ਪਾਉਣ ਲੱਗ ਪੈਂਦੇ। ਆਰਾ ਚੱਲ ਰਿਹਾ, ਭਾਈ ਮਤੀ ਦਾਸ ਜਪਜੀ ਸਾਹਿਬ ਦਾ ਪਾਠ ਕਰ ਰਿਹਾ। ਜਦੋਂ ਅਸੰਖ ਵਾਲੀ ਪੌੜੀ ਪਹਿਲਾਂ ਆਉਂਦੀ ਹੈ ਨਾ ਪੰਜ ਪ੍ਰਵਾਨ, ਜਦੋਂ ਅਸੰਖ ਵਾਲੀ ਪੌੜੀ ਤੇ ਗਿਆ, ਭਾਈ ਸਾਹਿਬ ਦੇ ਦੋ ਭਾਗ ਸਰੀਰ ਦੇ ਹੋ ਗਏ ਹੈ। ਦੋਨਾਂ ਭਾਗਾਂ ਦੇ ਵਿੱਚੋਂ ਹੀ ਜਪਜੀ ਸਾਹਿਬ ਪੜ੍ਹਨ ਦੀਆਂ ਆਵਾਜ਼ਾਂ ਆਉਂਦੀਆਂ। ਉਸ ਸਮੇਂ ਕਿੰਨੇ ਕਹਿਣੀ ਤੇ ਕਥਨੀ ਦੇ ਪੂਰੇ ਸੀ ਭਾਈ ਮਤੀ ਦਾਸ। ਜਦੋਂ ਭਾਈ ਮਤੀ ਦਾਸ ਦੇ ਦੋ ਪਾਠ ਹੋ ਗਏ, ਸ਼ਲੋਕ ਪੜ੍ਹਿਆ ਗਿਆ, ਤੇ ਉਸ ਸਮੇਂ ਭਾਈ ਦਿਆਲੇ ਕੋ ਰਹਿ ਨਾ ਹੋਇਆ। ਸਾਹਮਣੇ ਅਬਦੁਲ ਅਵਾਕ ਬੋਰਾ ਸੈਫੁਦੀਨ ਕਹਿੰਦਾ, ਜਾ ਕੇ ਕਹਿ ਦਿਓ ਔਰੰਗਜ਼ੇਬ ਬਾਦਸ਼ਾਹ ਨੂੰ ਆਪਦੇ ਨੂੰ, ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਸ਼ਿਵਜੀ ਭਗਵਾਨ ਹੋਏ ਸੀ। ਸ਼ਿਵਜੀ ਜਡਾਵਾਂ ਦੇ ਵਿੱਚੋਂ ਗੰਗਾ ਨਿਕਲੀ ਸੀ, ਸਾਰੇ ਦੇਸ਼ ਨੂੰ ਹਰਾ ਭਰਿਆ ਕਰਤਾ ਸੀ। ਅੱਜ ਭਾਈ ਮਤੀ ਦਾਸ ਦੇ ਸੀਸ ਦੇ ਵਿੱਚੋਂ ਖੂਨ ਰੂਪੀ ਗੰਗਾ ਨਿਕਲੀ ਆ, ਤੇਰੀ ਮੁਗਲ ਛਾਈ ਦਾ ਤਖਤਾ ਪਲਟਾ ਕੇ ਰੱਖ ਦੇਵੇ। ਜਦੋਂ ਇੰਨੀ ਗੱਲ ਕਹੀ ਤੇ ਉਸ ਸਮੇਂ ਕਾਜੀ ਸੜ ਬਲ ਕੇ ਕੋਲੇ ਹੋ ਗਿਆ। ਕਹਿੰਦਾ ਉਸੇ ਸਮੇਂ ਕਹਿੰਦੇ, ਦਿਆਲਿਆ ਆਪਾਂ ਤਾਂ ਸਤਿਕਾਰ ਨਾਲ ਬੋਲਦੇ ਆ ਭਾਈ ਦਿਆਲਾ ਜੀ, ਕਦੀ ਵੀ ਸਰਕਾਰੀ ਬੰਦਾ ਜਿਹੜਾ ਉਹ ਜ਼ੁਲਮ ਕਰਨ ਵਾਲਾ ਉਹ ਸਤਿਕਾਰ ਨਹੀਂ ਦੇਊਗਾ। ਉਹ ਕਹਿੰਦੇ, ਦਿਆਲਿਆ ਤੂੰ ਦੇਖ ਲਾ ਮਰਜ਼ੀ ਆਪਦੀ, ਤੇਰੇ ਵਾਸਤੇ ਵੀ ਹੁਣ ਦੋ ਰਾਤੇ ਆ, ਦੀਨ ਕਬੂਲ ਕਰ ਲੈ, ਮਰਨ ਵਾਸਤੇ ਤਿਆਰ ਹੋ ਜਾ। ਕਹਿੰਦਾ ਮੈਨੂੰ ਮੌਤ ਪ੍ਰਵਾਨ। ਜਦੋਂ ਇੰਨੀ ਗੱਲ ਆਖੀ, ਕਹਿੰਦੇ ਭਿਆਨਕ ਤਸੀਹਾ ਤੈਨੂੰ ਵੀ ਦਿੱਤਾ ਜਾਵੇਗਾ, ਯਾਦ ਰੱਖ। ਕਹਿੰਦਾ ਕੋਈ ਗੱਲ ਨਹੀਂ ਪ੍ਰਵਾਨ। ਉਸੇ ਸਮੇਂ ਭਾਈ ਮਤੀ ਦਾਸ ਉਹਨਾਂ ਨੂੰ ਦੇਗ ਵਿੱਚ ਉਬਾਲ ਕੇ ਜਿਹੜਾ ਸੀ ਉਸ ਸਮੇਂ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜਤੀ ਦਾਸ, ਭਾਈ ਸਕੀ ਦਾਸ, ਚਾਰ ਭਰਾ ਸੀਗੇ ਇਹ। ਭਾਈ ਪ੍ਰਾਗਾ ਜੀ ਦੇ ਪੁੱਤਰ ਸੀਗੇ। ਅੱਜ ਦੱਸੋ, ਭਾਈ ਸਤੀ ਦਾਸ ਉਸ ਸਮੇਂ ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕੇ, ਵੇਖੋ ਰੂਹ ਹੌਲੀ ਹੌਲੀ ਸੜਦਾ, ਰੂਹ ਨੂੰ ਹੌਲੀ ਹੌਲੀ ਅੱਗ ਫੜਦੀ ਆ, ਉਹਦਾ ਕੜ ਕੜ ਕੇ ਸਰੀਰ ਜਿਹੜਾ ਨਾ ਵਿੱਚ ਹੌਲੀ ਹੌਲੀ ਉਹ ਜਿਹੜਾ ਖਤਮ ਹੁੰਦਾ। ਇਹੋ ਜਿਹੇ ਭਿਆਨਕ ਤਸੀਹੇ ਜਿਹੜੇ ਦਿੱਤੇ ਸੀ, ਇਹ ਮੇਰੇ ਗੁਰੂ ਸਾਹਿਬ ਦੇ ਸਾਹਮਣੇ ਦਿੱਤੇ ਵੀ ਤਸੀਹੇ ਭਿਆਨਕ ਦੀਏ ਤੇ ਗੁਰੂ ਡੋਲ ਜਾਏਗਾ। ਪਰ ਉਹ ਗੁਰੂ ਸਤਿਗੁਰ ਪਾਤਸ਼ਾਹ ਉਸੇ ਤਰ੍ਹਾਂ ਆਪਣੇ ਸਿਦਕ ਦੇ ਵਿੱਚ ਉੱਥੇ ਬੈਠੇ ਆ, ਉਹ ਨਿਰੰਕਾਰ ਦੇ ਨਾਲ ਜੁੜੇ ਹੋਏ, ਆਪਣੇ ਨੇਤਰਾਂ ਦੇ ਨਾਲ ਇਹ ਜ਼ੁਲਮ ਹੁੰਦਾ ਵੇਖਿਆ। ਪਤਾ ਸੀ ਉਹਨਾਂ ਨੂੰ ਇਹ ਸਰਕਾਰ ਜਿਹੜੀ ਜ਼ੁਲਮ ਕਰਨ ਤੇ ਉਤਰੀ ਆ, ਇਹਨਾਂ ਨੇ ਬਾਜ ਨਹੀਂ ਆਉਣਾ। ਜਿੰਨਾ ਚਿਰ ਕੋਈ ਕੁਰਬਾਨੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਕੋਈ ਵੀ ਜ਼ਾਲਮ ਸਰਕਾਰ ਜਿਹੜੀ ਉਹ ਬਾਜ ਨਹੀਂ ਹੁੰਦੀ। ਸਤਿਗੁਰਾਂ ਨੂੰ ਪਿੰਜਰੇ ਵਿੱਚ ਉਸੇ ਤਰ੍ਹਾਂ ਬੰਦ ਵਾਪਸ ਫਿਰ ਉਸੇ ਹਵੇਲੀ ਦੇ ਵਿੱਚ ਇਹਨਾਂ ਤਿੰਨਾਂ ਨੂੰ ਗੁਰਸਿੱਖਾਂ ਪਿਆਰਿਆਂ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸਮਾਂ ਲੰਘਦਾ ਲੰਘਦਾ ਗਿਆ। ਇੱਕ ਦਿਨ ਜਿਹੜਾ ਇੱਥੋਂ ਦਾ ਇੰਚਾਰਜ ਸੀ ਉਸ ਸਮੇਂ ਅਬਦੁੱਲਾ ਆ ਗਿਆ। ਇੱਕ ਦਿਨ ਰਾਤ ਨੂੰ ਕਹਿੰਦਾ ਸਤਿਗੁਰ ਪਾਤਸ਼ਾਹ ਗਰੀਬ ਨਵਾਜ਼, ਜਦੋਂ ਸਤਿਗੁਰਾਂ ਕਹੇ, ਸਤਿਗੁਰ ਕਹਿੰਦੇ ਅਬਦੁੱਲਾ ਕਿ ਕਿਵੇਂ ਆਉਣਾ ਹੋਇਆ? ਆ ਕੇ ਚਰਨਾਂ 'ਚ ਨਮਸਕਾਰ ਕੀਤੀ। ਕਹਿਣ ਲੱਗਾ ਸਤਿਗੁਰ ਪਾਤਸ਼ਾਹ ਇਸ ਸਰਕਾਰ ਨੇ ਜੋ ਜ਼ੁਲਮ ਕੀਤਾ ਤੁਸੀਂ ਵੀ ਦੇਖ ਲਿਆ, ਮੈਂ ਵੀ ਦੇਖ ਲਿਆ, ਤੇ ਮੈਂ ਆਇਆ ਸਤਿਗੁਰ ਪਾਤਸ਼ਾਹ ਮੈਂ ਝੱਲ ਲਵਾਂਗਾ, ਮੈਂ ਕਿਲੇ ਦਾ ਦਰਵਾਜ਼ਾ ਖੋਲ ਦਿੰਦਾ, ਤੁਸੀਂ ਚਲੇ ਜਾਓ ਇੱਥੋਂ ਜਿੱਥੋਂ ਤੱਕ ਇਤਿਹਾਸ 'ਚ ਪੜ੍ਹਿਆ। ਸਤਿਗੁਰ ਕਹਿੰਦੇ ਨਹੀਂ, ਜੇ ਇਹੀ ਭੱਜਣਾ ਆਉਂਦਾ ਸੀ ਆਉਂਦੇ ਕਿਉਂ? ਫਿਰ ਅਸੀਂ ਆਏ ਹਾਂ ਇਹਦੇ ਸਿਰ ਤੇ ਜਿਹੜਾ ਆਹ ਠੀਕਰਾ ਭਰਨਾ ਅਸੀਂ ਆਏ ਹਾਂ ਸ਼ਹਾਦਤ ਦਾ ਜਾ ਪੀਵਾਂਗੇ, ਅਸੀਂ ਭੱਜਣ ਵਾਸਤੇ ਨਹੀਂ ਆਏ। ਕਹਿੰਦਾ ਗੁਰੂ ਨਾਨਕ ਦੇ ਘਰ ਵਿੱਚੋਂ ਅੱਜ ਕੋਈ ਖਾਲੀ ਨਹੀਂ ਸੀ ਗਿਆ ਅੱਜ ਤੱਕ, ਤੇ ਤੁਸੀਂ ਸਤਿਗੁਰ ਪਾਤਸ਼ਾਹ ਮੈਂ ਆਇਆ ਅੱਧੀ ਰਾਤ ਨੂੰ, ਤੁਸੀਂ ਮੈਨੂੰ ਨਿਰਾਸ਼ਾ ਮੋੜ ਰਹੇ। ਸਤਿਗੁਰ ਕਹਿੰਦੇ ਤੈਨੂੰ ਵੀ ਨਿਰਾਸ਼ ਨਹੀਂ ਕਰਦੇ। ਭਾਈ ਉਦੇ ਜੀ ਉਸ ਸਮੇਂ ਬਾਬਾ ਗੁਰਦਿੱਤਾ ਜੀ, ਇਹਨਾਂ ਨੂੰ ਸਤਿਗੁਰ ਕਹਿੰਦੇ ਦੋ ਗੁਰਸਿੱਖ ਜੇ ਤੂੰ ਕਹਿੰਦਾ ਆ ਤੇ ਇਹਨਾਂ ਵਾਸਤੇ ਇਹ ਦਰਵਾਜ਼ਾ ਖੋਲ੍ਹਦੇ, ਇਹ ਚਲੇ ਜਾਣਗੇ। ਉਹਨਾਂ ਨੂੰ ਬਾਹਰ ਕਰਤਾ। ਫਿਰ ਸਮਾਂ ਆਇਆ, ਕਈ ਇੱਥੇ ਕਹਿੰਦੇ ਆ ਵੀ ਉਸ ਸਮੇਂ ਔਰੰਗਜ਼ੇਬ ਬੈਠਾ ਸੀ। ਔਰੰਗਜ਼ੇਬ ਆ ਸਵਾਲ ਜਵਾਬ ਕਰ ਰਿਹਾ। ਔਰੰਗਜ਼ੇਬ ਤੇ ਉਸ ਸਮੇਂ ਕਾਬਲ ਵੱਲ ਗਿਆ, ਰਾਵਲਪਿੰਡੀ ਵੱਲ ਗਿਆ ਸੀ। ਜਿਸ ਦਿਨ 11 ਨਵੰਬਰ 1675 ਨੂੰ ਆ, ਉਸ ਦਿਨ ਔਰੰਗਜ਼ੇਬ ਹਸਨ ਬਦਾਲ ਬੈਠਾ ਸੀ, ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਹਨਾਂ ਦੇ ਪਵਿੱਤਰ ਚਰਨ ਪਏ ਹੋਏ ਆ। ਵਲੀ ਕੰਧਾਰੀ ਨੂੰ ਉੱਥੇ ਸਤਿਗੁਰਾਂ ਨੇ ਉਤਾਰਿਆ ਸੀ, ਤੇ ਅੱਜ ਉਸ ਸਥਾਨ ਦੇ ਉੱਤੇ ਔਰੰਗਜ਼ੇਬ ਬੈਠਾ। ਉਹ ਸਾਰਾ ਕੁਝ ਜਿਹੜੀ ਜ਼ਿੰਮੇਵਾਰੀ ਦੇ ਕੇ ਗਿਆ ਸੀ ਉਹ ਕਾਜੀ ਅਬਦੁਲ ਅਵਾਕ ਬੋਰਾ ਨੂੰ ਦੇ ਕੇ ਗਿਆ ਸੀ, ਤੇ ਉਹਦਾ ਮਾਮਾ ਨਾਲ ਸੀ ਸੈਫੁਦੀਨ। 11 ਨਵੰਬਰ
1675 ਦਾ ਦਿਨ ਜਿਸ ਦਿਨ ਸਤਿਗੁਰ ਪਾਤਸ਼ਾਹ ਉਹਨਾਂ ਨੂੰ ਚਾਂਦਨੀ ਚੌਕ ਵਿੱਚ ਲਿਆਂਦਾ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਦਿੱਲੀ ਵਿੱਚ ਇੱਕ ਢੰਡੋਰਾ ਪਿੱਟਿਆ ਗਿਆ ਢੋਲ ਵਜਾਉਣ ਵਾਲੇ ਨੇ। ਅੱਜ ਤਾਂ ਲੋਸਮੈਂਟਾਂ ਕਰ ਦਿੰਦੇ ਆ ਜਾਂ ਮੈਸੇਜ ਦੇ ਦਿੰਦੇ ਆ। ਉਹ ਢੰਡੋਰਾ ਫਿਰ ਕੀ ਸੀਗਾ? ਉਸ ਢੰਡੋਰਾ ਇਸ ਤਰ੍ਹਾਂ ਸੀ, ਉਹ ਜਿਹੜਾ ਅਨਾਉਂਸ ਕਰਦਾ ਸੀ ਨਾਲ ਨਾਲ ਕਿ ਦਿੱਲੀ ਵਾਲਿਆਂ ਨੂੰ, ਦਿੱਲੀ ਨਿਵਾਸੀਆਂ ਨੂੰ ਉਹ ਸੂਚਿਤ ਕਰ ਰਿਹਾ ਸੀ ਵੀ ਕੱਲ੍ਹ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਰੇਆਮ ਤੇਗ ਬਹਾਦਰ ਉਸ ਨੂੰ ਕਤਲ ਕੀਤਾ ਜਾਣਾ। ਸਾਰੀ ਦੁਨੀਆ ਇੱਥੇ ਪਹੁੰਚੋ ਆ ਕੇ ਇਹ ਤਮਾਸ਼ਾ ਵੇਖੋ। ਇਹ ਲਿਖਦਾ ਇੱਥੋਂ ਤੱਕ ਉਹ, ਤੇ ਉਹ ਢੰਡੋਰਾ ਦਿੱਤਾ। ਬਹੁਤ ਲੋਕਾਂ ਦਾ ਭਾਰੀ ਇਕੱਠ ਵਾ। ਉਸ ਭਾਰੀ ਇਕੱਠ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੇ ਗਾੜੀ 3 ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਉਹੀ ਆ ਕਿ ਦੀਨ ਕਬੂਲ ਕਰ ਲਓਗੇ, ਇਸਲਾਮ ਧਰਮ ਜਾਣ ਤੇ ਪੀਰੇ ਹਿੰਦ ਘੋਸ਼ਿਤ ਕਰ ਦਿਆਂਗੇ। ਸਤਿਗੁਰੂ ਕਹਿੰਦੇ ਸਾਨੂੰ ਆਪਣਾ ਧਰਮ ਪਿਆਰਾ, ਤੁਹਾਨੂੰ ਆਪਣਾ ਧਰਮ ਪਿਆਰਾ। ਕਹਿੰਦੇ ਜੇ ਤੁਸੀਂ ਦੀਨ ਕਬੂਲ ਨਹੀਂ ਕਰਨਾ ਫਿਰ ਕਰਾਮਾਤ ਦਿਖਾ ਦਿਓ, ਅਸੀਂ ਮੰਨ ਜਾਵਾਂਗੇ ਕਿ ਤੁਹਾਡੇ ਵਿੱਚ ਹੈ ਕੋਈ ਸ਼ਕਤੀ ਹੈ। ਸਤਿਗੁਰੂ ਕਹਿੰਦੇ ਕਰਾਮਾਤ ਦਿਖਾਉਣੀ ਕਹਿਣ ਦਾ ਨਾ, ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨੇ, ਕਰਾਮਾਤ ਅਸੀਂ ਨਹੀਂ ਦਿਖਾਉਣੀ। ਜੇ ਨਹੀਂ ਦਿਖਾਉਣੀ ਕਰਾਮਾਤ, ਦੋਵੇਂ ਸ਼ਰਤਾਂ ਨਹੀਂ ਮੰਨਣੀਆਂ, ਫਿਰ ਮਰਨ ਵਾਸਤੇ ਤਿਆਰ ਹੋ। ਸਤਿਗੁਰੂ ਕਹਿੰਦੇ ਠੀਕ ਆ, ਇਹ ਮਰਨ ਵਾਸਤੇ ਤੇ ਆਏ, ਅਸੀਂ ਇਸ ਵਾਸਤੇ ਤਿਆਰ ਹੈ, ਸ਼ਰਤ ਸਾਨੂੰ ਪ੍ਰਵਾਨ। ਜਦੋਂ ਇੰਨੀ ਗੱਲ ਹੋਈ ਫਿਰ ਉਸ ਸਮੇਂ ਕਹਿੰਦੇ ਵੀ ਦੱਸੋ ਤੁਹਾਡੀ ਕੋਈ ਅੰਤਮ ਇੱਛਾ? ਸਤਿਗੁਰੂ ਕਹਿੰਦੇ ਵੀ ਅਸੀਂ ਜਪਜੀ ਸਾਹਿਬ ਦਾ ਪਾਠ ਕਰਾਂਗੇ। ਜਪਜੀ ਸਾਹਿਬ ਦਾ ਜਦੋਂ ਸ਼ਲੋਕ ਪੜ੍ਹਿਆ ਗਿਆ ਸੀ, ਉਹ ਨਿਰੰਕਾਰ ਦੇ ਅੱਗੇ ਅਸੀਂ ਨਮਸਕਾਰ ਕਰਾਂਗੇ ਨਿਰੰਕਾਰ ਨੂੰ, ਤੇ ਤੁਸੀਂ ਆਪਣਾ ਜੋ ਕੰਮ ਕਰਨਾ ਕਰ ਲਿਓ। ਉਸ ਸਮੇਂ ਮੇਰੇ ਸਤਿਗੁਰ ਪਾਤਸ਼ਾਹ ਦੀਨ ਦੁਨੀਆ ਦਾ ਵਾਲੀ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੀ ਚਾਦਰ ਚੌਂਕੜਾ ਮਾਰ ਕੇ ਉਹ ਬੈਠ ਕੇ ਮੈਂ ਤੇਗ ਤੇ ਕੱਢ ਲੈ ਤੇਗ ਆਪਣੀ, ਹੋ ਮੈਂ ਤੇਗ ਤੇ ਕੱਢ ਤੂੰ ਤੇਗ ਆਪਣੀ, ਇੱਕ ਦੋ ਨੀ ਪਰਖ ਲੈ 100 ਤੇਗਾਂ। ਮੈਨੂੰ ਲੱਗਾ ਏ ਤੇਜ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਮੈਂ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਤੇ ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਸ਼ਾਨ ਮਾਣੀ, ਵੇਖ ਬਾਪੂ ਦੇ ਪੈਨੀਆਂ ਦੋ, ਸਾਡੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖ ਲਈ ਆਉਂਦੇ ਭਵਿੱਖ ਅੰਦਰ, ਹੁਣ ਵੀ ਵੇਖ ਲਈ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤ ਨੇ ਵਾਣੀਆਂ ਓ ਤੇਗਾਂ। ਉਹਦੀ ਤੇਗ ਚੋਂ ਐਸੀ ਤੇਗ ਨਿਕਲੂ, ਉਹਦੀ ਤੇਗ ਚੋਂ ਐਸੀ ਤੇਗ ਨਿਕਲੂ, ਲੱਖਾਂ ਲਵੇਗੀ ਤੇਰੀਆਂ ਖੋ ਤੇਗਾਂ, ਉਹ ਲੱਖਾਂ ਲਵੇਗੀ ਤੇਰੀਆਂ ਖੋ ਤੇਗਾਂ। ਸਵੇਰ ਦੇ ਦੀਵਾਨ 'ਚ ਮੈਂ ਜ਼ਿਕਰ ਕੀਤਾ ਸੀ 3 ਮਾਰਚ 1644
ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਹਰਗੋਬਿੰਦ ਸੱਚੇ ਪਾਤਸ਼ਾਹ ਸੱਚਖੰਡ ਨੂੰ ਚੱਲੇ ਆ ਨਾ, ਮਾਤਾ ਨਾਨਕੀ ਉਸ ਸਮੇਂ ਕਹਿਣ ਲੱਗੀ ਸਵਾਮੀ ਜੀ ਤੁਸੀਂ ਤੇ ਸੱਚਖੰਡ ਨੂੰ ਚੱਲੇ ਆ ਤੇ ਮੇਰਾ ਛੋਟਾ ਪੁੱਤਰ ਇਹ ਤੇਗ ਬਹਾਦਰ ਜਿਨ੍ਹਾਂ ਦਾ ਬਚਪਨ ਦਾ ਨਾਂ ਤਿਆਗਮਲ ਸੀ, ਇਹ ਸੰਗਤਾਂ ਵਿੱਚ ਬਹੁਤ ਘੱਟ ਆਇਆ, ਸੰਗਤਾਂ ਵਿੱਚ ਵਿਚਰਿਆ ਨਹੀਂ, ਬੋਲਦੇ ਵੀ ਘੱਟ ਆ, ਇਹਨਾਂ ਬਾਰੇ ਕੁਝ ਸੋਚਿਆ ਕੁਛ? ਤੇ ਉਸ ਸਮੇਂ ਸਤਿਗੁਰੂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੇ ਇੱਕ ਕਟਾਰ, ਇੱਕ ਤੇਗ ਦਿੱਤੀ ਸੀ, ਇੱਕ ਤੇਗ ਦਿੱਤੀ ਸੀ, ਇੱਕ ਰਮਾਲ ਦਿੱਤਾ ਸੀ, ਇੱਕ ਗੁਟਕਾ ਸਾਹਿਬ ਦਿੱਤਾ ਸੀ। ਕਹਿੰਦੇ ਆ ਗੁਟਕਾ ਸਾਹਿਬ ਸਾਡੀ ਨੂੰਹ ਰਾਣੀ ਨੂੰ ਦੇ ਦਿਓ, ਕਹਿਣ ਦਾ ਭਾਵ ਹੈ ਮਾਤਾ ਗੁਜਰੀ, ਆ ਸਾਡੀ ਨੂੰਹ ਰਾਣੀ ਨੂੰ ਦੇ ਦਿਓ, ਤੇ ਰਮਾਲ ਤੇ ਆ ਜਿਹੜੀ ਕਟਾਰ ਆ ਤੇਗ ਇਹ ਸਾਂਭ ਕੇ ਰੱਖ ਲਓ, ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਰੇ ਪੁੱਤਰ ਨੂੰ ਦੇ ਦੇਣਾ, ਕਿਤੇ ਕੰਮ ਆਊਗਾ। ਉਸ ਸਮੇਂ ਰਮਾਲ ਇਸ਼ਾਰਾ ਸੀ, ਉਹ ਰਮਾਲ ਨਹੀਂ ਸੀ, ਉਹ ਸ੍ਰਿਸ਼ਟੀ ਦੀ ਚਾਦਰ ਸੀ ਉਸ ਸਮੇਂ। ਤੇ ਜਿਹੜੇ ਕਟਾਰ ਸੀ, ਤੇਗ ਸੀ, ਉਹ ਵੀ ਇੱਕ ਇਸ਼ਾਰਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇਗ ਉਠਾਉਣੀ ਪੈਣੀ ਹੈ, ਇਸ ਪਰਿਵਾਰ ਵਿੱਚ ਇਹ ਵੀ ਕੰਮ ਆਵੇਗੀ। ਤੇ ਅੱਜ ਚਾਂਦਨੀ ਚੌਂਕ ਦੇ ਵਿੱਚ ਗੁਰਦੇਵ ਦੀ ਸਮਾਧੀ ਲਾਈ, ਜਪਜੀ ਸਾਹਿਬ ਪਾਠ ਆਰੰਭ ਕਰਨ ਤੋਂ ਪਹਿਲਾਂ ਉਸ ਸਮੇਂ ਸੈਫੂਦੀਨ ਜਿਹੜਾ ਸੀ ਔਰੰਗਜ਼ੇਬ ਦਾ ਮਾਮਾ ਜਿਹੜਾ ਸੀ, ਤੇ ਉੱਥੇ ਜਲਾਲਉਦੀਨ ਖੜੇ ਆ। ਸੈਫੂਦੀਨ ਜਿਹੜਾ ਸੀ ਉਸ ਸਮੇਂ ਚਾਬੀ ਘੁਮਾਉਂਦਾ ਆਪਦੀ ਉਂਗਲ ਦੇ ਵਿੱਚ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਸੈਫੂਦੀਨ ਚਾਬੀ ਘੁਮਾਉਣਾ ਉਂਗਲ ਵਿੱਚ, ਤੂੰ ਮਤਲਬ ਸਾਨੂੰ ਲਾਲਚ ਦੇਣਾ ਚਾਹੁੰਦਾ ਵੀ ਜੇ ਅਸੀਂ ਦੀਨ ਕਬੂਲ ਕਰ ਲਈਏ ਹਿੰਦੁਸਤਾਨ ਦੇ ਖਜ਼ਾਨੇ ਸਾਡੇ ਕੋਲ ਆ ਜਾਣਗੇ? ਕਹਿੰਦਾ ਹਾਂ, ਮੇਰਾ ਮਤਲਬ ਇਹੀ ਆ, ਕਹਿੰਦਾ ਵੀ ਜੇ ਤੁਸੀਂ ਦੀਨ ਕਬੂਲ ਕਰ ਲਓਗੇ ਜਿੰਨਾ ਚਾਹੋ ਜ਼ਕੀਰਾਂ ਮੁਰੱਬੇ ਖਜ਼ਾਨਾ ਤੁਹਾਡੇ ਹਵਾਲੇ ਕਰ ਦਿਆਂਗੇ। ਸਤਿਗੁਰੂ ਕਹਿੰਦੇ ਮਾਇਆ ਤੇ ਫਕੀਰਾਂ ਦੇ ਮਗਰ ਉੱਦਾਂ ਹੀ ਬਥੇਰੀ ਤੁਰੀ ਫਿਰਦੀ ਹੈ। ਫਿਰ ਜਲਾਲਉਦੀਨ ਜਲਾਲ ਉਸਨੇ ਤਲਵਾਰ ਚੱਕੀ, ਤਲਵਾਰ ਘੁਮਾਉਣ ਲੱਗ ਪਿਆ ਹਵਾ ਵਿੱਚ। ਸਤਿਗੁਰ ਕਹਿੰਦੇ ਜਲਾਲਉਦੀਨ ਇਹ ਤਲਵਾਰ ਦੇ ਨਾਲ ਸਾਨੂੰ ਡਰਾਉਣਾ ਚਾਹੁੰਦਾ ਨਾ, ਜਿਹੜੀ ਤਲਵਾਰ ਇਹ ਤੇ ਨਾ ਪੜ੍ਹ ਕੇ ਕਿਹਦਾ ਲਿਖਿਆ? ਕਹਿੰਦਾ ਤੁਸੀਂ ਇਸ ਗੱਲ ਜੋ ਕੀ ਲੈਣਾ? ਸਤਿਗੁਰ ਪਾਤਸ਼ਾਹ ਕਹਿੰਦੇ ਨਹੀਂ ਜਲਾਲਉਦੀਨ, ਜਿਹੜੀਆਂ ਨਾ ਮਹੱਲਾ ਵਿੱਚ ਜਾਂ ਇਹ ਸ਼ਾਹੀ ਕਿਲਿਆਂ ਵਿੱਚ ਤਲਵਾਰਾਂ ਹੁੰਦੀਆਂ ਨਾ, ਇਹਨਾਂ 'ਤੇ ਕਿਸੇ ਨਾ ਕਿਸੇ ਦਾ ਨਾਂ ਲਿਖਿਆ ਹੁੰਦਾ। ਉਹਨੇ ਜਦੋਂ ਗਹੁ ਨਾਲ ਪੜ੍ਹਿਆ ਉੱਤੇ ਲਿਖਿਆ ਸੀਗਾ ਸ਼ਾਹਜਹਾਨ ਦਾ ਨਾਂ ਲਿਖਿਆ ਸੀ। ਕਹਿੰਦਾ ਜੀ ਇਹ ਔਰੰਗਜ਼ੇਬ ਦੇ ਸਤਿਕਾਰਯੋਗ ਪਿਤਾ ਅੱਬਾ ਜਾਨ, ਇਹ ਸ਼ਾਹਜਹਾਨ ਦਾ ਨਾਂ ਲਿਖਿਆ ਹੋਇਆ। ਸਤਿਗੁਰ ਖਿੜਖੜਾ ਕੇ ਹੱਸੇ ਉਸ ਸਮੇਂ, ਕਹਿੰਦਾ ਮੈਂ ਨਾਂ ਹੀ ਪੜ੍ਹਿਆ, ਤੁਸੀਂ ਖਿੜਖੜਾ ਕੇ ਹੱਸਣ ਵਾਲੀ ਕਿਹੜੀ ਗੱਲ ਹੋਈ? ਸਤਿਗੁਰ ਕਹਿੰਦੇ ਵੀ ਜਿਹੜੀ ਤੂੰ ਆ ਤਲਵਾਰ ਸਾਨੂੰ ਦਿਖਾ ਰਿਹਾ ਨਾ, 4 ਵਾਰੀ ਸਾਡੇ ਪਿਤਾ ਦੇ ਕਦਮਾਂ 'ਚ ਡਿੱਗ ਹਟੀ ਇਹ। ਕਦੋਂ? 4 ਜੰਗਾਂ ਹੋਈਆਂ 6ਵੇਂ ਪਾਤਸ਼ਾਹ ਦੇ ਨਾਲ ਉਸ ਸਮੇਂ, ਤੇ 4 ਜੰਗਾਂ ਜਿਹੜੀਆਂ 6ਵੇਂ ਪਾਤਸ਼ਾਹ ਨੇ ਜਿੱਤੀਆਂ ਸੀ ਉਸ ਸਮੇਂ, 4 ਵਾਰੀ ਇਹ ਸਾਡੇ ਪਿਤਾ ਦੇ ਕਦਮਾਂ 'ਚ ਡਿੱਗੀ ਹੋਏ ਨੇ। ਤੇ ਇਹ ਤਲਵਾਰ ਸਾਨੂੰ ਕਾਹਦੋਂ ਦਿਖਾਉਣ ਡਿਆ? ਉਹ 4 ਜੰਗਾਂ ਵਿੱਚ ਮੈਂ ਵੀ ਹਿੱਸਾ ਲਿਆ ਸੀ। ਸੋ ਤਲਵਾਰ ਦਾ ਸਾਨੂੰ ਡਰਾਵਾ ਨਾ ਦੇ ਕਿਸੇ ਗੱਲੋਂ। ਸਤਿਗੁਰ ਸੱਚੇ ਪਾਤਸ਼ਾਹ ਸਮਾਧੀ ਲੱਗੀ ਆ, ਜਪਜੀ ਸਾਹਿਬ ਦਾ ਪਾਠ ਆਰੰਭ ਹੋਇਆ। ਸਤਿਗੁਰਾਂ ਨੇ ਜਪਜੀ ਸਾਹਿਬ ਦਾ ਸਲੋਕ ਪੜ੍ਹਿਆ, ਉਸ ਨਿਰੰਕਾਰ ਦੇ ਚਰਨਾਂ 'ਚ ਨਮਸਕਾਰ ਕੀਤੀ, ਤੇ ਜਲਾਲਉਦੀਨ ਜਲਾਲ ਨੇ ਦੀਨ ਦੁਨੀਆ ਦਾ ਮਾਲਕ ਸ੍ਰਿਸ਼ਟੀ ਤੇ ਚਾਦਰ ਗੁਰ ਤੇਗ ਬਹਾਦਰ ਸੀਸ ਉੱਤੇ ਆਪਣੀ ਤਲਵਾਰ ਦੇ ਨਾਲ ਵਾਰ ਰਹੇ। ਚਾਂਦਨੀ ਚੌਂਕ 'ਚ, ਚਾਂਦਨੀ ਚੌਂਕ 'ਚ ਦੁਨੀਆ ਵਾਲਿਓ
ਚਾਂਦਨੀ ਚੌਕ 'ਚ ਬੈਠੇ ਗੁਰੂ ਜੀ ਸਮਾਧੀਆਂ ਲਾ ਪਾਕੇ ਹੁਕਮ ਹੈ ਔਰੰਗਜ਼ੇਬ ਦਾ ਪਾਕੇ ਹੁਕਮ ਹੈ ਔਰੰਗਜ਼ੇਬ ਦਾ ਤੇਲ ਗੁੱਸੇ 'ਚ ਜਲਾਦ ਲਈ ਉਠਾ ਬਾਰ ਗੁਰਾਂ ਤੇ ਜਲਾਲੋਦੀਨ ਕਰਿਆ ਬਾਰ ਗੁਰਾਂ ਤੇ ਜਲਾਲੋਦੀਨ ਕਰਿਆ ਇਸ ਤਾੜ ਤੋਂ ਹੈ ਵੱਖ ਹੋ ਗਿਆ ਸੀਸ ਦਿੱਤਾ ਸੀਸ ਦਿੱਤਾ ਪਰ ਸਿਦਕ ਨਹੀਂ ਹਾਰਿਆ ਸੀਸ ਦਿੱਤਾ ਪਰ ਸਿਦਕ ਨਹੀਂ ਹਾਰਿਆ ਝੰਡੇ ਸਾਚੀ ਵਾਲੇ ਗਏ ਨੇ ਚਲਾ ਰੋਂਦੀ ਧਰਤੀ ਅੰਬਰ ਤਾਂ ਮਾਰਦਾ ਰੋਂਦੀ ਧਰਤੀ ਅੰਬਰ ਤਾਂ ਮਾਰਦਾ ਗਿਆ ਜੱਗ ਵਿੱਚ ਮਾਤਮ ਸ਼ਾ ਦੁੱਖ ਝੱਲ ਕੇ ਤੇ ਆਪਣੇ ਸਰੀਰ ਦੇ
ਦੁੱਖ ਚੱਲ ਕੇ ਤੇ ਆਪਣੇ ਸਰੀਰ ਤੇ ਜੰਨੂ ਤਾਈ ਗਏ ਨੇ ਬਚਾ ਬੇੜਾ ਗਰਕ ਹੋਣਾ ਮੁਗਲਾਂ ਦੀ ਸ਼ਾਹੀ ਦਾ ਬੇੜਾ ਗਰਕ ਹੋਣਾ ਮੁਗਲਾਂ ਦੀ ਸ਼ਾਹੀ ਦਾ ਧਰਮੀਆਂ ਦੇ ਰਹੇ ਕੋਰਲਾ ਹੰਝੂ ਅੱਖੀਆਂ ਚੋਂ ਘੇਰਦੀ ਮਨੁੱਖਤਾ ਹੰਝੂ ਅੱਖੀਆਂ ਚੋਂ ਘੇਰਦੀ ਮਨੁੱਖਤਾ ਰਹੀ ਜ਼ਾਲਮਾਂ ਨੂੰ ਲਾਨਤਾ ਹੈ ਪਾ ਕਿਲੀ ਵਾੜਿਆ ਸ਼ਹੀਦੀ ਗੁਰੂ ਪਾ ਗਏ ਹੁਕਲੀ ਵਾੜਿਆ ਸ਼ਹੀਦੀ ਗੁਰੂ ਪਾ ਗਏ ਫੜੀ ਹੋਈ ਦੀ ਲਾਜ ਗਏ ਨਵਾਈ ਉਹ ਮੇਲੇ ਜਗ ਜਿਉਂਦਿਆਂ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬੜੂ ਕਰੋ ਮੈਂ ਸਾਕਾ ਧਰਮ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਪਾਈਏ ਪੂਰਨ ਪਰਮਾਨੰਦ। ਸਤਿਗੁਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਉਹਨਾਂ ਜਪਜੀ ਸਾਹਿਬ ਦਾ ਪਾਠ ਕੀਤਾ, ਜਲਾਲੋ ਦੀਨ ਜਲਾਲ ਦੀ ਤਲਵਾਰ ਚੱਲੀ, ਸੀਸ ਧੜ ਨਾਲ ਵੱਖ ਹੋ ਗਿਆ। ਉਸ ਸਮੇਂ ਔਰੰਗਜ਼ੇਬ ਦਾ ਇਹ ਹੁਕਮ ਸੀ ਉਸ ਸਮੇਂ ਕਾਜੀ ਅਬਾਕ ਬੋਰਾ ਨੂੰ ਵੀ ਜੇ ਉਹ ਸ਼ਰ੍ਹਾ ਵਿੱਚ ਆਉਂਦੇ ਆ, ਦੀਨ ਕਬੂਲ ਕਰਦੇ ਆ ਤੇ ਠੀਕ ਆ, ਜੇ ਉਹ ਦੀਨ ਕਬੂਲ ਨਹੀਂ ਮੰਨਦੇ ਤੇ ਉਹਨਾਂ ਨੂੰ ਖਤਮ ਕਰ ਦਿਓ, ਕਤਲ ਕਰ ਦਿਓ ਉਹਨਾਂ ਦਾ ਫੜ ਕੇ। ਤੇ ਜੇ ਕਤਲ ਕਰਨ ਦੀ ਨੌਬਤ ਆ ਗਈ ਫਿਰ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ ਦੇ ਉੱਤੇ ਜਿਹੜੇ ਇਹ ਟੰਗਦੇ ਨੇ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਦਿੱਲੀ ਸਰਕਾਰ ਨਾਲ ਟੱਕਰ ਨਾ ਲਵੇ ਤੇ ਪਤਾ ਲੱਗ ਜਾਏ ਲੋਕਾਂ ਨੂੰ ਵੀ ਦਿੱਲੀ ਸਰਕਾਰ ਦੇ ਨਾਲ ਟੱਕਰ ਲੈਣ ਦਾ ਹਸ਼ਰ ਕੀ ਹੁੰਦਾ। ਤੇ ਆਓ ਤੱਕੋ ਉਸ ਸਮੇਂ ਫਿਰ ਕਾਲੀ ਬੋਲੀ ਨੇਰ ਜਦੋਂ ਕੋਈ ਗੁਰੂ ਪੀਰ ਔਲੀਆ ਅਵਤਾਰ ਪਕੰਬਰ, ਕੋਈ ਸੂਰਮਾ, ਕੋਈ ਯੋਧਾ
ਧਰਮ ਵਾਸਤੇ, ਦੇਸ਼ ਬਦਲੇ, ਕੌਮ ਬਦਲੇ, ਜਦੋਂ ਕੋਈ ਕੁਰਬਾਨੀ ਕਰਦਾ ਤੇ ਉਸ ਸਮੇਂ ਇਹ ਸਰਕਾਰਾਂ ਜਿਹੜੀਆਂ ਜ਼ੁਲਮ ਕਰਦੀਆਂ, ਪਾਪ ਕਰਦੀਆਂ, ਧਰਤੀ ਜ਼ਰੂਰ ਡੋਲਦੀ ਉਸ ਵੇਲੇ, ਅੰਬਰ ਜ਼ਰੂਰ ਇੱਕ ਵਾਰੀ ਕੰਬਦਾ ਉਸ ਸਮੇਂ। ਤੇ ਉਸ ਸਮੇਂ ਇੱਥੇ ਵੀ, ਉਸ ਸਮੇਂ ਜਿੱਥੇ ਦਿੱਲੀ ਕੰਬੀ, ਇੱਥੋਂ ਦੀ ਜਨਤਾ ਕੰਬੀ ਸੀ, ਉਸ ਸਮੇਂ ਵੀ ਇਹ ਕੀ ਹੋ ਗਿਆ ਸਾਡੇ ਅੱਖਾਂ ਦੇ ਸਾਹਮਣੇ। ਉਸ ਸਮੇਂ ਕਾਲੀ ਬੋਲੀ ਹਨੇਰੀ ਆਈ ਸੀ। ਕਿਵੇਂ ਉੱਥੋਂ ਅਗਲਾ ਜਿਹੜੇ ਵਿਚਾਰ ਆਪਾਂ ਕਰਨੇ ਆ, ਅੱਗੇ ਕਿਹੋ ਜਿਹਾ ਸਮਾਂ ਆਉਂਦਾ, ਇਹ ਕੱਲ੍ਹ ਦੇ ਦਿਨ ਦੇ ਦੀਵਾਨ ਵਿੱਚ ਆਪਾਂ ਜਿਹੜੇ ਉਹ ਵਿਚਾਰ ਸਾਂਝੇ ਕਰਾਂਗੇ ਜੀ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸੁਲਤਾਨਪੁਰ ਲੋਧੀ ਤੋਂ ਆਇਆ ਢਾਡੀ ਜੱਥਾ, ਆਪ ਦੇ ਕੋਲ ਭੁੱਲ ਚੁੱਕ ਦੀ ਮਾਫੀ। ਆਓ ਸਮਾਂ ਹੋ ਗਿਆ, ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਜਾਪ, ਉਸ ਤੋਂ ਉਪਰੰਤ ਅਰਦਾਸ, ਸਤਿਗੁਰਾਂ ਦਾ ਹੁਕਮਨਾਮਾ ਆਪਾਂ ਸਰਵਣ ਕਰਨਾ। ਜੁੜੀਏ ਗੁਰਬਾਣੀ ਦੇ ਨਾਲ, ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ,